सच्ची बाणी कर्म करे, सच्ची बाणी कर्म करे। अन दिन नाम ध्याए, अन दिन नाम ध्याए, अन दिन नाम ध्याए, अन दिन नाम ध्याए। जगत अज्ञानी आंध है, जगत अज्ञानी आंध है। दूजे भाए कर्म कमाए, दूजे भाए कर्म कमाए। दूजे भाए जेते कर्म करे, दूजे भाए जेते कर्म करे। दुख लगे तन धाए, दुख लगे तन धाए, दुख लगे तन धाए, दुख लगे तन धाए। अन दिन नाम ध्याए, अन दिन नाम ध्याए, अन दिन नाम ध्याए, अन दिन नाम ध्याए। सच्ची बाणी कर्म करे, सच्ची बाणी कर्म करे। अन दिन नाम ध्याए, अन दिन नाम ध्याए, अन दिन नाम ध्याए, अन दिन नाम ध्याए। गुर प्रसादी सुख उपजै, गुर प्रसादी सुख उपजै, गुर प्रसादी सुख उपजै। जां गुर का शब्द कमाए, कमाए। गुर प्रसादी, गुर प्रसादी, गुर प्रसादी सुख उपजै। जां गुर का शब्द कमाए, जां गुर का शब्द कमाए, कमाए। गुर प्रसादी सुख उपजै,
गुर का शब्द कमाए। गुर प्रसादि सुख उपजे, जा गुर का शब्द कमाए, जा गुर का शब्द कमाए, जा गुर का शब्द कमाए, जा गुर का शब्द कमाए। अन दिन नाम ध्याए, अन दिन नाम ध्याए, अन दिन नाम ध्याए, अन दिन नाम ध्याए। सच्ची बाणी कर्म करे, सच्ची बाणी कर्म करे। अन दिन नाम ध्याए, अन दिन नाम ध्याए, अन दिन नाम ध्याए, अन दिन नाम ध्याए। नानक जित आपे लाए तित लगे, नानक जित आपे लाए लाए। नानक जित आपे लाए तित लगे, जित आपे लाए तित लगे। कहना किछु न जाए, कहना किछु न जाए, कहना किछु न जाए, किछु न जाए। नानक चित आपे लाए तित लगे, नानक चित आपे लाए तित लगे। कहना किछु न जाए, कहना किछु न जाए, कहना किछु न जाए, कहना किछु न जाए। अन दिन नाम ध्याए, अन दिन नाम ध्याए, अन दिन नाम ध्याए, अन दिन नाम ध्याए। सच्ची वाणी कर्म करे, सच्ची वाणी कर्म करे। अन दिन नाम ध्याए, 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 अन दिन नाम ध्याए। वाहे गुरु जी। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਾਧ ਸੰਗਤ ਜੀ, ਸਾਹਿਬਾਂ ਦੀ ਪਾਵਨ ਪਵਿੱਤਰ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਦੇ ਦਰਬਾਰ ਬੜੇ ਬਖਸ਼ਿਸ਼ ਸਦਕਾ ਸਜੇ ਹਨ। ਸੰਤ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ, ਜਿਨ੍ਹਾਂ ਦੀ ਘਾਲਣਾ ਸਦਕਾ ਇੱਕ ਵਿਦਿਆਲय ਦਮਦਮਾ ਸਾਹਿਬ ਗੁਰੂ ਕੀ ਕਾਂਸ਼ੀ ਸਾਬੋ ਕੀ ਤਲਵੰਡੀ ਵਿਖੇ 1923 ਦੇ ਵਿੱਚ ਜੋ ਸਥਾਪਿਤ ਕੀਤਾ ਸੀ, ਉਸ ਦਾ 100 ਸਾਲਾ ਮਨਾ ਰਹੇ ਹਾਂ। 30 ਤੇ 1 ਤੇ ਦੂਜੀ ਨੂੰ, ਪਹਿਲੀ ਤੇ ਦੂਜੀ ਨੂੰ 100 ਸਾਲਾ ਮਨਾ ਰਹੇ ਹਾਂ। ਭਾਈ ਸੰਤ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦਾ ਧਾਰਮਿਕ ਗੁਰਮਤਿ ਵਿਦਿਆਲय ਮਹਾਵਿਦਿਆਲय, ਉਸ ਦੇ ਵਿੱਚ ਗੁਰੂ ਮਹਾਰਾਜ ਜੀ ਦੇ ਬਾਣੀ ਦੀ ਜਿਹੜੀ ਸੰਥਿਆ ਦਿੱਤੀ ਜਾਂਦੀ ਹੈ, ਗੁਰਬਾਣੀ ਜੀ ਦੀ ਵਿਚਾਰ ਜੋ ਲੜੀਵਾਰ ਕਥਾ ਚੱਲਦੀ ਹੈ, ਉਸ ਦੀ ਬੱਚਿਆਂ ਨੂੰ ਸੰਥਿਆ ਦਿੱਤੀ ਜਾਂਦੀ ਹੈ। ਭਾਈ ਸੋ ਆਪ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਹੈ ਕਿ ਆਓ, ਦਰਬਾਰ ਵਿੱਚ ਕੀਰਤਨ ਚੱਲ ਰਹੇ ਹਨ। ਗੁਰੂ ਮਹਾਰਾਜ ਜੀ ਦਾ ਹਰਿ ਜਸ ਆਪਾਂ ਸਰਵਣ ਕਰੀਏ। ਸ਼ਬਦ ਪੜ੍ਹ ਰਹੇ ਸਨ ਰਾਗੀ ਸਿੰਘ ਕਿ ਸੱਚੀ ਬਾਣੀ ਕਰਮ ਕਰੇ ਅੰਦਿਨ ਨਾਮ ਧਿਆਏ। ਜੀਵਨ ਦੇ ਵਿੱਚ ਰੱਬ ਦਾ ਨਾਮ ਧਿਆਉਣ ਦੀਆਂ ਲੋਕਾਂ ਨੇ ਬਹੁਤ ਸਾਰੀਆਂ ਵੱਡੀਆਂ ਵੱਖਰੀਆਂ ਵੱਖਰੀਆਂ ਜੁਗਤੀਆਂ ਦੱਸੀਆਂ ਨੇ। ਮਹਾਰਾਜ ਨੇ ਇੱਕ ਬਹੁਤ ਸਧਾਰਨ ਜੁਗਤ ਦੱਸੀ ਹੈ। ਮਹਾਰਾਜ ਕਹਿੰਦੇ ਹਨ, ਭਾਈ ਜਿਹੜਾ ਵੀ ਮਨੁੱਖ ਜਿਹੜੀ ਵੀ ਭਾਸ਼ਾ ਬੋਲਦਾ ਉਹਨਾਂ ਨੂੰ ਸੱਚੇ ਤਰੀਕੇ ਨਾਲ ਬੋਲਣਾ ਆਉਣਾ ਚਾਹੀਦਾ ਹੈ। ਅਤੇ ਸੱਚਾ ਸ਼ਬਦ ਬੋਲਦਿਆਂ ਹੋਇਆਂ ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਕਹਿੰਦਿਆਂ ਹੋਇਆਂ, ਜਿਹੜਾ ਬੰਦਾ ਕਹਿੰਦਾ ਹੈ ਨਾ ਮੈਂ ਕੀਤਾ, ਮੈਂ ਕਰਦਾ, ਮੈਂ ਕਰਕੇ ਆਇਆ, ਇਹ ਮੇਰਾ ਕੀਤਾ ਹੋਇਆ, ਇਹ ਜਿਤਨੇ ਵੀ ਬੰਦੇ ਬੋਲ ਰਹੇ ਨੇ ਇਹਨਾਂ ਨੂੰ ਹਾਲੇ ਗਿਆਨ ਨਹੀਂ ਹੈ। ਮਨ ਨੂੰ ਗਿਆਨ ਹੁੰਦਾ ਹੀ ਨਹੀਂ ਹੈ ਕਿ ਰੱਬ ਮਨ ਦੇ ਅੰਦਰ ਵਸਦੇ ਨੇ। ਅਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਜਿਹੜਾ ਬੰਦਾ ਗਿਆਨ ਲੈਂਦਾ, ਮਹਾਰਾਜ ਕਹਿੰਦੇ ਭਾਈ ਕੁੰਭੇ ਬੱਦਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਦਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਕਹਿੰਦੇ ਭਾਈ ਜਦੋਂ ਤੱਕ ਮਨ ਨੂੰ ਗਿਆਨ ਨਹੀਂ ਨਾ ਹੁੰਦਾ ਹੈ ਅਤੇ ਮਨ ਨੂੰ ਬੋਧ ਨਹੀਂ ਹੁੰਦਾ, ਸਮਝ ਨਹੀਂ ਹੁੰਦੀ ਕਿ ਮੇਰੇ ਅੰਦਰ ਰੱਬ ਵਸਦਾ ਹੈ, ਉਹ ਰੱਬ ਨੂੰ ਬਾਹਰ ਭਾਲਣ ਨੂੰ ਫਿਰਦਾ ਹੈ, ਰੱਬ ਨੂੰ ਬਾਹਰ ਖੋਜਣ ਨੂੰ ਫਿਰਦਾ ਹੈ। ਮਹਾਰਾਜ ਕਹਿੰਦੇ ਬਾਹਰ ਮੂਲ ਨਾ ਖੋਜੀਏ, ਘਰ ਮਾਹੇ ਵਿਧਾਤਾ। ਆਪਣੇ ਸਰੀਰ ਰੂਪੀ ਘਰ ਦੇ ਵਿੱਚ ਹੀ ਰੱਬ ਵਸਦੇ ਨੇ। ਅਤੇ ਜੀਵਨ ਦੀ ਇੱਕ ਬਹੁਤ ਸੁੰਦਰ ਅਚੰਭਵ ਖੇਲ ਹੈ ਕਿ ਬੰਦੇ ਨੇ ਰੱਬ ਵਰਗਾ ਹੋਣਾ। ਬੰਦੇ ਨੂੰ ਰੱਬ ਵਿੱਚ ਮਿਲਣ ਵਾਸਤੇ ਰੱਬ ਨੇ ਇਹ ਸਰੀਰ ਦਿੱਤਾ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਆ ਜਿਹੜਾ ਆਪਾਂ ਨੂੰ ਜੀਵਨ ਮਿਲਿਆ ਹੈ, ਸਾਰਿਆਂ ਨੂੰ ਮਨੁੱਖਾਂ ਦੇ ਹੀ ਪ੍ਰਾਪਤ ਹੋਈ ਹੈ, ਚਾਹੇ ਔਰਤ ਹੈ ਚਾਹੇ ਮਰਦ ਹੈ। ਇਹ ਮਿਲੀ ਤਾਂ ਹੈ ਕਿ ਰੱਬ ਨੂੰ ਮਿਲਣਾ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਜਦੋਂ ਤੱਕ ਆਪਣਾ ਸਵਾਸ ਚੱਲ ਰਹੇ ਨੇ। ਅਤੇ ਜਿਹੜਾ ਬੰਦਾ ਰੱਬ ਨੂੰ ਨਾ ਮਿਲੇ ਕੀ ਹੁੰਦਾ ਹੈ? ਕਹਿੰਦੇ ਭਾਈ ਇਸ ਵੇਲੇ ਬੰਦਾ ਭਰਮਦਾ, ਦੁਖੀ ਹੁੰਦਾ, ਭਟਕਦਾ। ਭਟਕਣਾ ਕਿਹਨੂੰ ਕਹਿੰਦੇ ਨੇ? ਜਿਹੜਾ ਬੰਦੇ ਦਾ ਮਨ ਰੱਬ ਨੂੰ ਬਾਹਰ ਭਾਲਦਾ ਉਹਨੂੰ ਭਟਕਣਾ ਕਹਿੰਦੇ ਨੇ। ਜਿਹੜਾ ਬੰਦੇ ਦਾ ਮਨ ਰੱਬ ਨੂੰ ਆਪਣੇ ਮਨ ਅੰਦਰ ਜਾਣਦਾ, ਕਹਿੰਦੇ ਸਭ ਤੋਂ ਵੱਡਾ ਮੰਦਰ ਜੋ ਹੈ ਉਹ ਮਨ ਹੈ। ਮਨ ਸਰੀਰ ਦੇ ਵਿੱਚ ਜਿਹੜਾ ਆਪਣਾ ਮਨ ਹੈ, ਜਿਸ ਸਰੀਰ ਨੂੰ ਪ੍ਰਾਪਤ ਕਰਦਿਆਂ ਇਸ ਮਨ ਨੇ ਕਈ ਜਨਮ ਲਾਏ, ਕਈ ਜਨਮ। ਮਹਾਰਾਜ ਕਹਿੰਦੇ ਇਹ ਮਨ ਕੇਤੜਿਆਂ ਜੁਗ ਭਰਮਿਆ। ਇਹ ਜਿਹੜਾ ਮਨ ਹੈ ਆਪਣਾ, ਕਹਿੰਦੇ ਭਾਈ ਕਈ ਯੁਗਾਂ ਦਾ ਭਟਕ ਰਿਹਾ, ਭਰਮ ਰਿਹਾ। ਆ ਹੁਣ ਵੀ ਦੇਖੋ ਆਪਣੇ ਸਰੀਰ ਦੇ ਵਿੱਚ ਆਪਣਾ ਮਨ ਬੈਠਾ, ਪਰ ਰੱਬ ਨੂੰ ਹਾਲੇ ਇਹ ਨਹੀਂ ਜਾਣਦਾ ਕਿ ਮੇਰੇ ਹੀ ਅੰਦਰ ਰੱਬ ਵਸਦਾ।
ਹਾਲੇ ਵੀ ਮਨ ਭਰਮਦਾ ਹੈ, ਹਾਲੇ ਵੀ ਮਨ ਭਟਕਦਾ ਹੈ, ਹਾਲੇ ਵੀ ਮਨ ਨੂੰ ਵਿਸ਼ਵਾਸ ਨਹੀਂ ਆਉਂਦਾ ਕਿ ਮੇਰੇ ਮਨ ਅੰਦਰ ਮਨ ਮਾਹੀ ਮੇਰੇ ਗੋਬਿੰਦਾ। ਆ ਜਿਹੜੇ ਆਪਣੇ ਰੱਬ ਜੀ ਨੇ ਜਿਸ ਗੋਬਿੰਦ ਨੂੰ ਮਿਲਣ ਵਾਸਤੇ ਇਹ ਸਰੀਰ ਮਿਲਿਆ ਹੈ, ਜੋ ਬਿੰਦ ਤੋਂ ਪਿੰਡ ਬਣਾਉਂਦਾ ਹੈ। ਬਿੰਦ ਤੇ ਜਿਨ ਪਿੰਡ ਕੀਆ, ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ। ਕਹਿੰਦੇ ਜਿਸ ਮਾਲਕ ਨੇ ਆਪਾਂ ਨੂੰ ਇੱਕ ਬਿੰਦ ਤੋਂ ਇਹ ਸਰੀਰ ਦਿੱਤਾ ਹੈ, ਕਹਿੰਦੇ ਇਹ ਸਰੀਰ ਦੇ ਵਿੱਚ ਜਿਹੜਾ ਰੱਬ ਵਸਦਾ ਹੈ, ਉਸ ਰੱਬ ਨਾਲ ਮਿਲਣ ਵਾਸਤੇ ਇਹ ਸਰੀਰ ਮਿਲਿਆ। ਭਾਈ ਆਖੋ ਸਤਿਨਾਮ। ਇਹ ਸਰੀਰ ਤਾਂ ਮਿਲਿਆ। ਸੋ ਇਸ ਸਰੀਰ ਦੇ ਵਿੱਚ ਆਪਣਾ ਮਹਾਰਾਜ ਕਹਿੰਦੇ ਜਿਹੜਾ ਮਨ ਹੈ ਯਾਨੀ ਆਪਾਂ ਹਾਂ, ਆਪਣੇ ਮਨ ਨੇ ਇਹ ਗਿਆਨ ਪ੍ਰਾਪਤ ਕਰਨਾ ਹੈ ਗੁਰੂ ਮਹਾਰਾਜ ਦੀ ਬਾਣੀ ਤੋਂ ਕਿ ਰੱਬ ਜੀ ਮੇਰੇ ਵਿੱਚ ਕਿਵੇਂ ਵਸਦੇ ਨੇ, ਰੱਬ ਜੀ ਮੇਰੇ ਅੰਦਰ ਕਿਵੇਂ ਤਾਕਤਵਰ ਨੇ। ਜਿਹੜੇ ਰੱਬ ਜੀ ਮੇਰੇ ਵਿੱਚ ਵਸਦੇ ਨੇ ਉਹ ਸਭ ਦੇ ਵਿੱਚ ਵਸਦੇ ਨੇ। ਆਏ ਆਪਣੇ ਵਿੱਚ ਕਰਮ ਕਰਦਿਆਂ ਹੋਇਆਂ ਕਹਿੰਦੇ ਸੱਚੀ ਬਾਣੀ ਕਰਮ ਕਰੇ, ਅੰਦਿਨ ਨਾਮ ਧਿਆਏ। ਕਹਿੰਦੇ ਭਾਈ ਜਿਹੜਾ ਬੰਦਾ ਕਰਮ ਕਰਦਿਆਂ ਹੋਇਆਂ ਐਸਾ ਸੱਚ ਬੋਲਣ ਲੱਗ ਜਾਏ ਬਾਣੀ ਰਾਹੀਂ, ਉਹ ਨਿਤਾ ਪ੍ਰਤੀ ਅਨਦਿਨ ਕਹਿੰਦੇ ਨੇ ਨਿਤਾ ਪ੍ਰਤੀ ਕਹਿੰਦੇ ਰੱਬ ਦਾ ਨਾਮ ਧਿਆ ਰਿਹਾ ਹੈ। ਭਾਈ ਆਖੋ ਸਤਿਨਾਮ। ਦੇਖੋ ਕਿੰਨਾ ਸੁੰਦਰ ਤਰੀਕਾ ਹੈ। ਇੱਕ ਤਾਂ ਰੱਬ ਨਾਲ ਮਿਲਣਾ, ਰੱਬ ਦਾ ਨਾਮ ਧਿਆਉਂਦਿਆਂ ਹੋਇਆਂ ਉਸ ਰੱਬ ਨਾਲ ਮਿਲਣਾ ਜਿਹੜਾ ਰੱਬ ਆਪਣੇ ਹੀ ਵਿੱਚ ਵਸਦਾ ਹੈ। ਉਸ ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਕਹਿਣਾ। ਕਹਿੰਦੇ ਭਾਈ ਇਹ ਹੀ ਜੀਵਨ ਵਿੱਚ ਰੱਬ ਦਾ ਨਾਮ ਧਿਆਉਣਾ ਹੈ। ਹਾਲੇ ਆਪਣਾ ਮਨ ਇਹ ਜਾਣਦਾ ਹੀ ਨਹੀਂ ਹੈ ਕਿ ਰੱਬ ਜੀ ਮੇਰੇ ਹੀ ਵਿੱਚ ਵਸਦੇ ਨੇ। ਮਨ ਮੰਦਰ ਤਨ ਵੇਸ਼ ਕਲੰਦਰ, ਘਟ ਹੀ ਤੀਰਥ ਨਾਵਾ। ਕਹਿੰਦੇ ਭਾਈ ਜਿਹੜਾ ਮਨ ਹੈ ਸਭ ਤੋਂ ਵੱਡਾ ਮੰਦਰ ਹੈ, ਸਭ ਤੋਂ ਵੱਡਾ ਮੰਦਰ। ਆ ਜਿੰਨੇ ਮੰਦਰ ਦੁਨੀਆ 'ਤੇ ਬਣਾਏ ਇਹ ਕੇਵਲ ਇਸ ਵਾਸਤੇ ਲੋਕਾਂ ਨੇ ਇਹ ਪ੍ਰਤੀਕ ਬਣਾਏ, ਇਹ ਮੰਦਰ ਇਸ ਵਾਸਤੇ ਬਣਾਏ ਕਿ ਲੋਕਾਂ ਨੂੰ ਪਤਾ ਲੱਗੇ, ਕਿ ਲੋਕਾਂ ਨੂੰ ਦੱਸ ਸਕੀਏ ਕਿ ਭਾਈ ਤੁਹਾਡੇ ਵਿੱਚ ਰੱਬ ਵਸਦਾ ਹੈ, ਤੁਹਾਡੇ ਵਿੱਚ ਹੀ। ਪਰ ਲੋਕ ਅਵਤਾਰਾਂ ਦੀ ਪੂਜਾ ਕਰਨ ਲੱਗ ਗਏ, ਮੰਦਰਾਂ ਦੇ ਵਿੱਚ ਉਹਨਾਂ ਦੀ ਮੂਰਤੀਆਂ ਬਿਠਾਉਣ ਲੱਗ ਗਏ। ਧਿਆਨ ਰੱਖਣਾ, ਮਹਾਰਾਜ ਕਹਿੰਦੇ ਕਿਸੇ ਅਵਤਾਰ ਦੀ, ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਨੀ। ਇਸ ਬੰਦੇ ਨੇ ਹੀ ਕਹਿੰਦੇ ਭਾਈ ਅਵਤਰਿਤ ਹੋਇਆ। ਇਹ ਸਰੀਰ ਜੋ ਪ੍ਰਾਪਤ ਹੋਇਆ, ਇਸ ਦੇਹੀ ਕੋ ਸਿਮਰੈ ਦੇਵ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਕਹਿੰਦੇ ਇਸ ਸਰੀਰ ਦੇ ਵਿੱਚ ਆਉਣ ਤੋਂ ਬਾਅਦ ਕਹਿੰਦੇ ਭਾਈ ਜਿਹੜਾ ਰੱਬ ਹਰੇਕ ਵਿੱਚ ਵਸਦਾ ਨਾ ਉਹਨੂੰ ਹਰ ਕਹਿੰਦੇ ਨੇ। ਹਰ ਕਹਿੰਦੇ ਜਿਹੜੇ ਰੱਬ ਜੀ ਜਿਵੇਂ ਮੇਰੇ ਵਿੱਚ ਵਸਦੇ ਨੇ ਐ ਮਾਤਾ ਪਿਤਾ ਵਿੱਚ ਵੀ ਵਸਦੇ ਨੇ। ਜਿਹੜੇ ਮੇਰੇ ਮਾਤਾ ਪਿਤਾ ਵਿੱਚ ਵਸਦੇ ਨੇ ਉਦੋਂ ਬਾਅਦ ਜਿਹੜਾ ਮੈਨੂੰ ਜਨਮ ਮਿਲਿਆ, ਕਹਿੰਦੇ ਭਾਈ ਉਸ ਤੋਂ ਬਾਅਦ ਜਿਤਨੇ ਮੇਰੇ ਸਾਕ ਨੇ, ਰਿਸ਼ਤੇ ਨੇ, ਇਹਨਾਂ ਸਭ ਦੇ ਵਿੱਚ ਮੈਂ ਰੱਬ ਨੂੰ ਦੇਖਣਾ ਹੈ। ਭਾਈ ਆਖੋ ਸਤਿਨਾਮ। ਕਹਿੰਦੇ ਮਾਤ ਪਿਤਾ ਸਾਕ ਅਗਲੇ ਤਿਸ ਬਿਨਾ ਨਹੀਂ ਕੋਏ। ਕਹਿੰਦੇ ਰੱਬ ਤੋਂ ਬਿਨਾ ਕੋਈ ਦੂਜੇ ਨਹੀਂ ਹਨ। ਨਾ ਮਾਤਾ ਪਿਤਾ ਬੱਚੇ ਨੂੰ ਸਮਝਾ ਪਾਉਂਦੇ ਨੇ ਕਿ ਬੇਟਾ ਮੈਂ ਨਹੀਂ ਕਰਦਾ, ਰੱਬ ਨੇ ਕਰਾਇਆ, ਇਹ ਰੱਬ ਦਾ ਕੀਤਾ ਹੋ ਰਿਹਾ। ਮਹਾਰਾਜ ਕਹਿੰਦੇ ਕੀਤਾ ਨਾ ਜਾਤਾ ਹਰਾਮ ਖੋਰ। ਕਹਿੰਦੇ ਜੀਵਨ ਵਿੱਚ ਰੱਬ ਦੇ ਕੀਤੇ ਨੂੰ ਤਾਂ ਜਾਣਿਆ ਨਹੀਂ ਹੈ, ਰੱਬ ਦੇ ਕੀਤੇ ਨੂੰ ਆਪਣਾ ਕੀਤਾ ਕਹੀ ਜਾਣਾ ਹੈ, ਉਹਨੂੰ ਹਰਾਮ ਖੋਰ ਕਹਿੰਦੇ ਨੇ। ਧਿਆਨ ਰੱਖਣਾ, ਸਾਡਾ ਮਨ ਰੱਬ ਦੇ ਕੀਤੇ ਨੂੰ ਆਪਣਾ ਕੀਤਾ ਕਹਿ ਕੇ ਮਾਤਾ ਪਿਤਾ ਬੱਚਿਆਂ ਨੂੰ ਜਨਾਉਂਦੇ ਨੇ। ਧਿਆਨ ਰੱਖਣਾ, ਅਤੇ ਬੱਚੇ ਕਹਿੰਦੇ ਭਾਈ ਉਹ ਵੀ ਮੈਂ ਕਰਤਾ, ਮੈਂ ਕੀਤਾ, ਮੈਂ ਕਰਕੇ ਆਇਆ, ਬੋਲਣੋਂ ਹਟਦੇ ਨਹੀਂ। ਉਹਨਾਂ ਦੇ ਜ਼ਿਹਨ ਵਿੱਚ ਬਹਿ ਜਾਂਦੀ ਹੈ, ਦਿਮਾਗ ਵਿੱਚ ਗੱਲ ਬਹਿ ਜਾਂਦੀ ਹੈ। ਧਿਆਨ ਰੱਖਣਾ, ਕਹਿੰਦੇ ਇਸ ਗੱਲ ਨੂੰ ਜੀਵਨ ਵਿੱਚ ਨਿਤਾਰ ਕੇ ਬੱਚਿਆਂ ਦੇ ਮੂਹਰੇ ਬੋਲਣੀ। ਜਿਹੜਾ ਬੱਚਾ ਸੁਣਦਾ ਬੱਚਾ ਫਿਰ ਉਸ ਤਰ੍ਹਾਂ ਹੀ ਬੋਲਣ ਲੱਗ ਜਾਂਦਾ। ਭਾਈ ਆਖੋ ਸਤਿਨਾਮ। ਹੈ ਨਾ, ਜਿਵੇਂ ਆਪਾਂ ਸੁਣਦੇ ਹਾਂ ਨਾ, ਜੇ ਤੁਸੀਂ ਪੰਜਾਬੀ ਸੁਣਦੇ ਹੋ ਪੰਜਾਬੀ ਬੋਲਣ ਲੱਗ ਜਾਂਦੇ ਹੋ, ਜੇ ਤੁਸੀਂ ਅੰਗਰੇਜ਼ੀ ਸੁਣੋਗੇ ਤਾਂ ਅੰਗਰੇਜ਼ੀ ਬੋਲਣ ਲੱਗ ਜਾਓਗੇ। ਜਿਹੜਾ ਬੰਦਾ ਹਿੰਦੀ ਸੁਣਦਾ ਹਿੰਦੀ ਬੋਲਣ ਲੱਗ ਜਾਂਦਾ ਹੈ। ਆਏ ਸੁਤੇ ਸਿੱਧ ਜਿਹੜੀ ਗੱਲ ਤੁਸੀਂ ਸੁਣਦੇ ਹੋ ਉਹ ਹੀ ਗੱਲ ਬੋਲੀ ਜਾਂਦੀ ਹੈ ਭਾਸ਼ਾ ਵਿੱਚ। ਉਸ ਭਾਸ਼ਾ ਰਾਹੀਂ ਬੰਦਾ ਫਿਰ ਬੋਲਦਾ ਹੈ। ਇੱਥੇ
ਪੰਜਾਬੀ ਵਿੱਚ ਜਿਹੜੇ ਅਨਪੜ੍ਹ ਵੀ ਹੁੰਦੇ ਨੇ ਪੰਜਾਬੀ 'ਚ ਬੋਲ ਲੈਂਦੇ ਨੇ, ਧਿਆਨ ਰੱਖਣਾ। ਇਵੇਂ ਜ਼ਿਕਰ ਜਿਹੜੇ ਅੰਗਰੇਜ਼ ਨੇ ਉਹ ਵੀ ਅਨਪੜ੍ਹ ਹੁੰਦੇ ਨੇ, ਜਿਹੜੇ ਅੰਗਰੇਜ਼ੀ ਰੋਜ਼ ਸੁਣਦੇ ਨੇ ਉਹ ਵੀ ਅੰਗਰੇਜ਼ੀ ਬੋਲ ਲੈਂਦੇ ਨੇ, ਧਿਆਨ ਰੱਖਣਾ। ਸੋ ਖਿਆਲ ਕਰਿਓ, ਜਿਹੜੀ ਗੱਲ ਤੁਸੀਂ ਸੁਣਦੇ ਹੋ ਉਹੀ ਫਿਰ ਮਨ ਮੰਨਣ ਲੱਗ ਜਾਂਦਾ। ਭਾਈ ਆਖੋ ਸਤਿਨਾਮ। ਕਹਿੰਦੇ ਜਿੰਨੀ ਸੁਣ ਕੇ ਮੰਨਿਆ, ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿਜ ਘਰ ਵਾਸ। ਸੋ ਸ਼ਬਦ ਪੜ੍ਹ ਰਹੇ ਸਨ ਰਾਗੀ ਸਾਹਿਬ, ਕਹਿੰਦੇ ਸੱਚੀ ਬਾਣੀ ਕਰਮ ਕਰੇ ਅੰਦਿਨ ਨਾਮ ਧਿਆਏ। ਨਹੀਂ ਤਾਂ ਮਹਾਰਾਜ ਕਹਿੰਦੇ ਜਗਤ ਅਗਿਆਨੀ ਅੰਧ ਹੈ ਦੂਜੇ ਭਾਏ ਕਰਮ ਕਮਾਏ। ਕਹਿੰਦੇ ਜਿਹੜਾ ਜਗਤ ਹੈ ਸਾਰਾ ਸੰਸਾਰ ਇਹ ਅਗਿਆਨੀ ਹੈ, ਇਹਨੂੰ ਪਤਾ ਨਹੀਂ ਹੈ ਕਿ ਮੇਰੇ ਅੰਦਰ ਰੱਬ ਵਸਦਾ ਹੈ, ਇਹ ਮਨ ਕਰਕੇ ਅੰਨਾ ਹੈ। ਧਿਆਨ ਰੱਖਣਾ, ਜਿਵੇਂ ਅੱਖਾਂ ਰਾਹੀਂ ਦੁਨੀਆ ਦੀਂਦੀ ਹੈ, ਆਏ ਮਨ ਕਰਕੇ ਰੱਬ ਅੰਦਰ ਦੀਂਦਾ ਨਹੀਂ ਹੈ। ਉਦੋਂ ਤੱਕ ਨਹੀਂ ਦੀਂਦਾ ਜਦੋਂ ਤੱਕ ਸ਼ਬਦ ਦੀ ਸੋਝੀ ਨਾ ਆਵੇ, ਜਦੋਂ ਤੱਕ ਸਮਝ ਨਾ ਆਵੇ, ਜਦੋਂ ਤੱਕ ਗਿਆਨ ਨਾ ਹੋਵੇ। ਮਹਾਰਾਜ ਕਹਿੰਦੇ ਇੰਨੀ ਅੱਖੀ ਨਜ਼ਰ ਨਾ ਆਵਈ, ਇੰਨੀ ਅੱਖੀ ਨਜ਼ਰ ਨਾ ਆਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਜਦੋਂ ਤੱਕ ਸ਼ਬਦ ਦੀ ਵਿਚਾਰ ਨਹੀਂ ਨਾ ਕਰਾਂਗੇ, ਆਏ ਜਿਵੇਂ ਅੱਖਾਂ ਰਾਹੀਂ ਦੁਨੀਆ ਨੂੰ ਆਪਾਂ ਦੇਖਦੇ ਹਾਂ, ਆਏ ਰੱਬ ਅੱਖਾਂ ਰਾਹੀਂ ਦੀਂਦਾ ਨਹੀਂ ਹੈ। ਧਿਆਨ ਰੱਖਿਓ, ਜਿਹੜਾ ਬੰਦਾ ਰੋਜ਼ ਮਨ ਦੀ ਅੱਖਾਂ ਰਾਹੀਂ ਅੰਦਰ ਦੇਖਣ ਲੱਗਦਾ ਕਿ ਆਏ ਰੱਬ ਮੇਰੇ ਅੰਦਰ ਕਰਦਾ, ਆਏ ਰੱਬ ਮੇਰੇ ਅੰਦਰੋਂ ਬੋਲਦਾ, ਆਏ ਰੱਬ ਦਾ ਕੀਤਾ ਮੇਰੇ ਅੰਦਰੋਂ ਹੁੰਦਾ, ਕਹਿੰਦੇ ਉਹ ਬੰਦਾ ਮਨ ਕਰਕੇ ਦੇਖਣ ਲੱਗਦਾ। ਧਿਆਨ ਰੱਖਿਓ, ਆ ਜਿਹੜਾ ਹੁਣ ਆਪਾਂ ਸਵਾਸ ਲੈਂਦੇ ਹਾਂ, ਮਨ ਨੂੰ ਪੁੱਛੋ ਕਿ ਮੇਰੇ ਮਨਾ ਇਹ ਸਵਾਸ ਤੂੰ ਲੈਣਾ ਕਿ ਰੱਬ ਦਿੰਦਾ ਹੈ? ਧਿਆਨ ਰੱਖਿਓ, ਅਤੇ ਫਿਰ ਮਨ ਦੇਖਣ ਲੱਗਦਾ ਕਿ ਮੈਂ ਤਾਂ ਲੈਂਦਾ ਨਹੀਂ, ਰੱਬ ਦਿੰਦਾ ਤਾਂ ਲੈਣਾ। ਧਿਆਨ ਰੱਖਣਾ, ਜਿਸ ਦਿਨ ਰੱਬ ਦੇਣੋਂ ਹਟ ਜੇ ਮੈਂ ਅੱਧਾ ਸਵਾਸ ਵੀ ਨਹੀਂ ਲੈ ਸਕਾਂਗਾ, ਅੱਧਾ ਸਵਾਸ ਵੀ। ਧਿਆਨ ਰੱਖਣਾ, ਜੀਵਨ ਵਿੱਚ ਮਨ ਦੇ ਗਿਆਨ ਦੇ ਰਾਹੀਂ ਕਹਿੰਦੇ ਭਾਈ ਇਹਨੂੰ ਮਨ ਨੂੰ ਸਮਝ ਆਉਂਦੀ ਹੈ ਕਿ ਮੇਰੇ ਮਨਾ ਜਿਹੜੇ ਤੇਰੇ ਅੰਦਰ ਵਸਦੇ ਨੇ ਉਹ ਤੈਨੂੰ ਸਵਾਸ ਦਿੰਦੇ ਨੇ, ਉਹ ਤੇਰਾ ਸਰੀਰ ਬਣਾਉਂਦੇ ਨੇ, ਤੈਨੂੰ ਚਲਾਉਂਦੇ ਨੇ। ਧਿਆਨ ਰੱਖਣਾ, ਉਹ ਰੱਬ ਕਰਨ ਅਤੇ ਕਾਰਨ ਸਮਰੱਥ ਹੈ। ਯਾਦ ਰੱਖਿਓ, ਆਹ ਸਰੀਰ ਦਾ ਤੁਸੀਂ ਆਪਣੇ ਮਨ ਨੂੰ ਪੁੱਛ ਕੇ ਦੇਖੋ ਕਿ ਮੇਰੇ ਮਨਾ ਮੈਨੂੰ ਦੱਸ ਤੂੰ ਇਹ ਸਰੀਰ ਦੇ ਵਿੱਚ ਕੀ ਬਣਾਇਆ? ਤੈਨੂੰ ਕੋਈ ਸਰੀਰ ਦਾ ਅੰਗ ਬਣਾਉਣਾ ਆਉਂਦਾ? ਜੇ ਤੂੰ ਨਹੀਂ ਬਣਾ ਸਕਦਾ ਤਾਂ ਤੇਰੇ ਵਾਸਤੇ ਰੱਬ ਬਣਾ ਰਿਹਾ। ਤੂੰ ਛੋਟਾ ਸੀ, ਹੁਣ ਵੱਡਾ ਹੋ ਗਿਆ। ਧਿਆਨ ਰੱਖਣਾ, ਹੁਣ ਵੱਡਾ ਹੋ ਰਿਹਾ। ਆ ਜਿਹੜਾ ਤੂੰ ਛੋਟੇ ਤੋਂ ਵੱਡਾ ਹੋ ਰਿਹਾ, ਇਹ ਕੌਣ ਬਣਾ ਰਿਹਾ ਸਰੀਰ? ਤੂੰ ਤਾਂ ਨਹੀਂ ਬਣਾ ਰਿਹਾ, ਤੈਨੂੰ ਤਾਂ ਆਉਂਦਾ ਹੀ ਨਹੀਂ ਬਣਾਉਣਾ। ਧਿਆਨ ਰੱਖਣਾ, ਜੇ ਮਨ ਇਸ ਗੱਲ ਨੂੰ ਵਿਚਾਰੇ ਸਮਝੇ, ਇਹ ਫਿਰ ਮਨ ਸੱਚੇ ਤਰੀਕੇ ਨਾਲ ਬੋਲਣ ਲੱਗ ਜਾਂਦਾ ਹੈ ਕਿ ਮੇਰੇ ਮਾਲਕ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜ੍ਹੀ ਰਾਮ। ਨਹੀਂ ਤਾਂ ਮਨ ਆਪਣੇ ਆਪ ਨੂੰ ਸਿਆਣਾ ਸਮਝਦਾ। ਧਿਆਨ ਰੱਖਣਾ, ਕਹਿੰਦਾ ਮਹੀ ਆ ਮਈ, ਮੈਂ ਤਾਂ ਮੇਰੀ ਕਰਦਾ। ਕਹਿੰਦਾ ਮੇਰੀ ਕਰਤੇ ਜਨਮ ਗਇਓ। ਕਈ ਜਨਮਾਂ ਦਾ ਮੇਰਾ ਮਨ, ਆਪਣਾ ਮਨ ਮੇਰਾ ਕਰਦਾ ਕਹਿੰਦੇ ਫਿਰ ਭਾਈ ਹੰਕਾਰੀ ਹੋ ਕੇ ਮਰ ਜਾਂਦਾ। ਧਿਆਨ ਰੱਖਣਾ, ਇਹ ਸਰੀਰ ਛੱਡ ਜਾਂਦਾ। ਜਿਸ ਦਿਨ ਆਪਣਾ ਮਨ ਸਰੀਰ ਛੱਡ ਜਾਂਦਾ, ਸਰੀਰ ਫਿਰ ਇੱਥੇ ਹੀ ਰਹਿ ਜਾਂਦਾ। ਸਰੀਰ ਨੂੰ ਫੂਕਿਆ ਜਾਂਦਾ, ਸਰੀਰ ਨੂੰ ਫੂਕ ਦਿੰਦੇ ਨੇ। ਇਹ ਮਨ ਕਹਿੰਦੇ ਭਾਈ ਬੇਚੈਨ ਹੋ ਕੇ ਭਰਮਦਾ, ਭਟਕਦਾ। ਧਿਆਨ ਰੱਖਿਓ, ਇਹ ਮਨ ਕਿਤੜਿਆਂ ਯੁੱਗ ਭਰਮਿਆ। ਕਈ ਯੁਗਾਂ ਦਾ ਇਸ ਤਰ੍ਹਾਂ ਸਾਡਾ ਮਨ ਭਰਮ ਰਿਹਾ। ਭਾਈ ਆਖੋ ਸਤਿਨਾਮ। ਜੇ ਮਨ ਨਾ ਮਰੇ ਸਰੀਰ ਮਰ ਜਾਏ। ਯਾਦ ਰੱਖਿਓ, ਜੇ ਮਨ ਨਾ ਮਿਟੇ ਸਰੀਰ ਮਿਟ ਜਾਏ। ਮਹਾਰਾਜ ਕਹਿੰਦੇ ਸਰੀਰ ਰੋਗੀ ਹੁੰਦਾ ਅਤੇ ਮਨ ਭਟਕਦਾ। ਯਾਦ ਰੱਖਣਾ, ਆਏ ਕਈ ਜਨਮਾਂ ਦਾ, ਬਹੁਤ ਜਨਮ ਵਿਛੜੇ ਥੇ ਮਾਧੋ, ਬਹੁਤ ਜਨਮ, ਕਈ ਜਨਮਾਂ ਦਾ ਆਪਣਾ ਮਨ ਆਪਣੇ ਹੀ ਰੱਬ ਤੋਂ, ਜਿਹੜਾ ਰੱਬ ਆਪਣੇ ਹੀ ਮੱਧ ਵਿੱਚ ਵਸਦਾ ਉਹਨੂੰ ਮਾਧੋ ਕਹਿੰਦੇ ਆ। ਧਿਆਨ ਰੱਖਣਾ, ਕਹਿੰਦੇ ਕਈ ਜਨਮਾਂ ਦਾ ਸਾਡਾ ਮਨ ਆਪਣੇ ਹੀ ਰੱਬ ਤੋਂ ਭਟਕ ਰਿਹਾ। ਭਾਈ ਆਖੋ ਸਤਿਨਾਮ, ਦੂਰ ਭੱਜ ਰਿਹਾ, ਦੂਰ। ਸੋ ਸੱਚੇ ਪਾਤਸ਼ਾਹ ਕਹਿੰਦੇ ਭਾਈ
ਇਹ ਗੱਲ ਯਾਦ ਰੱਖਿਓ, ਜਿਹੜਾ ਤੁਹਾਡਾ ਮਨ ਹੈ ਸਭ ਤੋਂ ਵੱਡਾ ਮੰਦਰ ਹੈ। ਸਭ ਤੋਂ ਵੱਡਾ ਮੰਦਰ ਮੇਰਾ, ਧਿਆਨ ਰੱਖਣਾ। ਸਭ ਨਾਲੋਂ ਵੱਡਾ ਜੇ ਕੋਈ ਮੰਦਰ ਹੈ ਉਹ ਆਪਣੇ ਸਰੀਰ ਦੇ ਅੰਦਰ ਹੈ ਭਾਈ। ਆਖੋ ਸਤਿਨਾਮ। ਇਹ ਸਰੀਰ ਨੂੰ ਹਰਮੰਦਰ ਕਹਿੰਦੇ ਨੇ। ਹਰਮੰਦਰ ਇਹੋ ਸਰੀਰ ਹੈ, ਹਰਮੰਦਰ ਇਹੋ ਸਰੀਰ ਹੈ। ਗਿਆਨ ਰਤਨ ਪ੍ਰਗਟ ਹੋਏ, ਇਹ ਗਿਆਨ ਦੇ ਨਾਲ ਇਹ ਰਤਨ ਪ੍ਰਗਟ ਹੁੰਦਾ ਹੈ। ਇਹ ਗਿਆਨ ਜੇ ਮਨ ਨੂੰ ਨਾ ਮਿਲੇ ਕਿ ਮੇਰੇ ਮਨ ਦੇ ਅੰਦਰ ਰੱਬ ਵਸਦਾ ਅਤੇ ਸਰੀਰ ਰੱਬ ਦਾ ਘਰ ਹੈ, ਇਹ ਸਰੀਰ ਨੂੰ ਹੀ ਹਰਮੰਦਰ ਕਹਿੰਦੇ ਨੇ। ਅਤੇ ਫਿਰ ਮਨ ਉਦੋਂ ਤੱਕ ਅੰਦਰ ਨਹੀਂ ਆਉਂਦਾ ਭਾਈ। ਆਖੋ ਸਤਿਨਾਮ। ਮਨ ਬਾਹਰ ਭਟਕਦਾ ਰਹਿੰਦਾ। ਬਾਹਰ ਮੂਲ ਨਾ ਖੋਜੀਏ, ਬਾਹਰ ਮੂਲ ਨਾ ਖੋਜੀਏ, ਘਰ ਮਾਹੇ ਵਿਧਾਤਾ। ਕਹਿੰਦੇ ਆਪਣੇ ਘਰ ਵਿੱਚ ਹੀ ਰੱਬ ਵਸਦੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਬਹੁਤ ਸੁੰਦਰ ਇਹ ਬਾਣੀ ਦਾ ਗਿਆਨ ਸਾਨੂੰ ਬਖਸ਼ਿਸ਼ ਕਰਦੇ ਨੇ। ਇਹ ਬਾਣੀ ਦਾ ਜਿਹੜਾ ਸ਼ਬਦ ਹੈ ਇਹਨੂੰ ਸੁਣਿਓ। ਕਹਿੰਦੇ ਆਪਣੇ ਮਨ ਦਾ ਜਿਹੜਾ ਸ਼ਬਦ ਹੈ ਅਤੇ ਬਾਣੀ ਦੇ ਸ਼ਬਦ ਵਿੱਚ ਕੀ ਫਰਕ ਹੈ। ਜੋ ਆਪਾਂ ਬੋਲਦੇ ਹਾਂ ਅਤੇ ਭਗਤ ਬੋਲਦੇ ਨੇ, ਉਹਦੇ ਵਿੱਚ ਕੀ ਫਰਕ ਹੈ। ਜੋ ਆਪਾਂ ਬੋਲਦੇ ਹਾਂ ਆਪਣੇ ਆਪ ਨੂੰ ਜਨਾ ਕੇ ਬੋਲਦੇ ਹਾਂ, ਆਪਾਂ ਰੱਬ ਦੇ ਕੀਤੇ ਨੂੰ ਆਪਣਾ ਕੀਤਾ ਕਹਿ ਕੇ ਬੋਲਦੇ ਹਾਂ, ਤਾਈਓ ਬੰਦਾ ਝੂਠਾ ਹੁੰਦਾ ਹੈ ਅਤੇ ਤਾਈਓ ਬੰਦਾ ਦੁਖੀ ਹੁੰਦਾ ਹੈ। ਜੇ ਕੋਈ ਬੰਦਾ ਝੂਠ ਬੋਲਣ ਲੱਗ ਜਾਏ ਨਾ ਘਰ ਵਿੱਚ, ਕਹਿੰਦੇ ਫਿਰ ਘਰ ਦੇ ਬੰਦਿਆਂ ਨੂੰ ਚੰਗਾ ਨਹੀਂ ਲੱਗਦਾ। ਯਾਦ ਰੱਖਣਾ, ਜੇ ਪਤੀ ਪਤਨੀ ਨੂੰ ਝੂਠ ਬੋਲਣ ਲੱਗ ਜੇ, ਜੇ ਪਤੀ ਪਤਨੀ ਨਾਲ ਝੂਠ ਬੋਲਣ ਲੱਗ ਜੇ, ਜੇ ਮਾਤਾ ਪਿਤਾ ਨਾਲ ਬੱਚੇ ਝੂਠ ਬੋਲਣ ਲੱਗ ਜਾਣ, ਜੇ ਮਾਤਾ ਪਿਤਾ ਬੱਚਿਆਂ ਨਾਲ ਝੂਠ ਬੋਲਣ ਲੱਗ ਜਾਣ, ਜੇ ਮਿੱਤਰ ਮਿੱਤਰ ਨਾਲ ਝੂਠ ਬੋਲਣ ਲੱਗ ਜੇ, ਕਹਿੰਦੇ ਉਹ ਫਿਰ ਘਰ ਨਹੀਂ ਵਸਦੇ ਭਾਈ। ਆਖੋ ਸਤਿਨਾਮ। ਨਹੀਂ ਵਸਦੇ। ਸੋ ਜੇ ਘਰ ਵਸਾਉਣਾ ਸੱਚ ਬੋਲਣਾ ਸਿੱਖੋ। ਜੇ ਘਰ ਵਸਣਾ ਸੱਚ ਨਾਲ ਵਸਣਾ। ਯਾਦ ਰੱਖਣਾ। ਸੋ ਜੇ ਰੱਬ ਨਾਲ ਘਰ ਵਸਾਉਣਾ, ਹਾਲਾ ਸਾਡੇ ਘਰ ਵਿੱਚ ਰੱਬ ਦਾ ਧਿਆਨ ਨਹੀਂ ਹੈ ਸਾਡੇ ਮਨ ਨੂੰ। ਸਾਡਾ ਮਨ ਬਾਹਰ ਮੰਦਰਾਂ ਦੇ ਵਿੱਚ ਮੂਰਤੀਆਂ ਦੀ ਪੂਜਾ ਕਰਦਾ ਫਿਰਦਾ ਹੈ। ਸਾਡਾ ਮਨ ਦੇਵੀ ਦੇਵਤਿਆਂ ਦੀ ਪੂਜਾ ਬਾਹਰ ਕਰਦਾ ਫਿਰਦਾ ਹੈ। ਸਾਡੇ ਮਨ ਨੂੰ ਜੇ ਗਿਆਨ ਹੋ ਜਾਏ, ਮਨ ਫਿਰ ਝੂਠ ਨਾ ਬੋਲੇ, ਰੱਬ ਦੇ ਕੀਤੇ ਨੂੰ ਆਪਣਾ ਕੀਤਾ ਕਹਿ ਨਾ ਸਕੇ। ਉਹ ਹਰ ਕੰਮ ਕਰਦਿਆਂ ਹੋਇਆਂ ਬੋਲੇ ਕਿ ਮੇਰੇ ਮਾਲਕ ਇਹ ਤੂੰ ਕਰਾ ਰਿਹਾ ਅਤੇ ਤੇਰਾ ਕੀਤਾ ਹੋ ਰਿਹਾ। ਯਾਦ ਰੱਖਿਓ, ਆਹ ਦੋ ਗੱਲਾਂ ਯਾਦ ਰੱਖਣੀਆਂ ਕਿ ਜਦੋਂ ਤੁਸੀਂ ਕੰਮ ਕਰਨ ਲੱਗੋ, ਕੰਮ ਕਰਦੇ ਹੋਵੋ। ਪਹਿਲੀ ਗੱਲ, ਕੰਮ ਕਰਨ ਲੱਗੋ ਜਦੋਂ ਤੁਹਾਡਾ ਕੰਮ ਕਰਦਾ ਚਿੱਤ ਹੋਵੇ ਅਤੇ ਕਰਮ ਕਰਦੇ ਹੋਵੋ ਅਤੇ ਖਿਆਲ ਕਰਨਾ ਰੱਬ ਕਰਾ ਰਿਹਾ ਹੁੰਦਾ। ਅਤੇ ਜਦੋਂ ਕਰਮ ਹੋ ਜਾਏ ਅਤੇ ਬੰਦੇ ਦੇ ਮਨ ਨੂੰ ਇਹ ਸੱਚ ਅੰਦਰ ਵਸਾਉਣਾ ਚਾਹੀਦਾ, ਇਹ ਕੀਤਾ ਮੇਰਾ ਨਹੀਂ, ਮੇਰੇ ਮਾਲਕ ਤੇਰਾ ਹੋਇਆ। ਸਭ ਕੁਛ ਕੀਤਾ ਤੇਰਾ ਹੋਵੇ, ਸਭ ਕੁਛ ਕੀਤਾ ਤੇਰਾ ਹੋਵੇ। ਨਾ ਹੀ ਕੁਛ ਅਸਾੜਾ ਜੀਓ, ਇਹ ਸਾਡਾ ਕੀਤਾ ਹੋਇਆ ਨਹੀਂ ਹੈ, ਐ ਮੇਰੇ ਮਾਲਕ ਤੁਹਾਡਾ ਕੀਤਾ ਹੋਇਆ। ਐਸੀ ਕਿਰਿਆ ਮਹਾਰਾਜ ਕਹਿੰਦੇ ਜਿਸ ਵੇਲੇ ਬੰਦਾ ਕਰਮ ਕਰਦਾ ਹੋਵੇ, ਸੱਚ ਬੋਲਣ ਲੱਗ ਜਾਏ, ਉਹ ਨਿਤਾ ਪ੍ਰਤੀ ਰੱਬ ਦਾ ਨਾਮ ਧਿਆਉਂਦਾ ਹੁੰਦਾ, ਫਿਰ ਆਪਣਾ ਜ਼ਿਕਰ ਨਹੀਂ ਕਰਦਾ। ਬੰਦਾ ਭੁੱਲ ਕੇ ਨਹੀਂ ਕਹਿੰਦਾ ਮੈਂ ਕਰਕੇ ਦਿਖਾਤਾ ਤੁਹਾਨੂੰ। ਬੰਦਾ ਜੇ ਲੋਕ ਕਹਿ ਵੀ ਦੇਣ ਕਿ ਤੁਸੀਂ ਪਾਠ ਕੀਤਾ, ਉਹ ਕਹਿੰਦਾ ਜੀ ਮੈਂ ਨਹੀਂ ਕੀਤਾ, ਰੱਬ ਨੇ ਕਰਾਇਆ, ਹੈ ਨਾ। ਫਿਰ ਉਹਨੂੰ ਕਹਿੰਦੇ ਜੀ ਜੇ ਕੋਈ ਬੰਦਾ ਕਹਿੰਦੇ ਕੋਈ ਕੰਮ ਕਰ ਲੇ ਅਤੇ ਉਹਨੂੰ ਕਹਿੰਦੇ ਤੈਂ ਕੰਮ ਤੈਂ ਕੀਤਾ, ਕਹਿੰਦੇ ਨਹੀਂ ਜੀ ਮੈਂ ਨਹੀਂ ਕੀਤਾ, ਰੱਬ ਨੇ ਕਰਾਇਆ। ਐਸਾ ਬੰਦਾ ਰੱਬ ਦਾ ਭਗਤ ਹੁੰਦਾ ਭਾਈ। ਆਖੋ ਸਤਿਨਾਮ। ਉਹਨੂੰ ਭਗਤ ਕਹਿੰਦੇ ਨੇ। ਇਹ ਭਗਤਾਂ ਦੀ ਬਾਣੀ ਹੈ। ਇਹ ਉਹਨਾਂ ਪਾਤਸ਼ਾਹ ਦੀ ਬਾਣੀ। ਪਾਤਸ਼ਾਹ ਕਿਹਨੂੰ ਕਹਿੰਦੇ ਨੇ? ਜਿਹਨੂੰ ਰੱਬ ਆਪਣੀ ਸਿਫਤ ਸਲਾਹਣਾ ਬਖਸ਼ਿਸ਼ ਕਰਦੇ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਧਿਆਨ ਰੱਖਣਾ, ਜਿਸ ਵੀ ਬੰਦੇ ਨੂੰ ਘੱਟ ਬੈਠੇ ਰੱਬ ਦਾ ਗਿਆਨ ਹੋ ਜਾਏ ਅਤੇ ਸਮਝਣਾ ਮਾਲਕ ਨੇ ਆਪਣੇ ਚਰਨੀ ਲਾਇਆ। ਜਿਸ ਵੀ ਬੰਦੇ ਨੂੰ ਘੱਟ ਬੈਠੇ ਰੱਬ ਦੀ ਉਸਤਤ ਕਰਨ ਦਾ ਮੌਕਾ ਮਿਲੇ ਅਤੇ ਸਮਝਣਾ ਮੇਰੇ ਮਾਲਕ ਨੇ ਆਪਣੀ ਉਸਤਤ ਬਖਸ਼ੀ ਹੈ। ਯਾਦ ਰੱਖਣਾ, ਜੇ ਜਿਹੜਾ ਵੀ ਬੰਦਾ ਕੀਰਤਨ ਕਰਨ ਲੱਗੇ ਜਾਂ ਬਾਣੀ ਪੜ੍ਹੇ, ਉਹਨਾਂ ਨੂੰ ਲੱਗੇ ਕਿ ਰੱਬ ਨੇ ਕਿਰਪਾ ਕੀਤੀ ਅਤੇ ਆਪਣੀ ਬਾਣੀ ਨਾਲ ਜੋੜਿਆ। ਆਪਣੀ ਬਾਣੀ ਨਾਲ ਮਹਾਰਾਜ ਨੇ ਆਪ ਜੋੜਿਆ। ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਐਸਾ ਜਿਹੜਾ ਰੱਬ ਹੈ
ਉਹ ਸਭ ਦੇ ਵਿੱਚ ਵਸਦਾ ਹੈ। ਸਭ ਮੈਂ ਸੱਚਾ ਏਕੋ ਸੋਈ, ਸਭ ਮੈਂ ਸੱਚਾ ਏਕੋ ਸੋਈ, ਤਿਸ ਕਾ ਕੀਆ ਸਭ ਕੁਛ ਹੋਈ। ਧਿਆਨ ਰੱਖਣਾ, ਹੁਕਮ ਪਛਾਣੇ ਸੋ ਏਕੋ ਜਾਣੈ, ਬੰਦਾ ਕਹੀਐ ਸੋਈ। ਉਹਨੂੰ ਬੰਦਾ ਕਹਿੰਦੇ ਨੇ। ਮਹਾਰਾਜ ਕਹਿੰਦੇ ਹਾਲੇ ਤਾਂ ਅਸੀਂ ਬੰਦੇ ਵੀ ਨਹੀਂ ਬਣੇ, ਆਪਣੇ ਵਿੱਚ ਵੀ ਰੱਬ ਨੂੰ ਨਹੀਂ ਜਾਣਦੇ ਅਤੇ ਦੁਨੀਆ ਦੇ ਵਿੱਚ ਵੀ ਰੱਬ ਨਹੀਂ ਦੇਖ ਪਾ ਰਹੇ। ਆਪਣੇ ਵਿੱਚ ਵੀ ਰੱਬ ਦੇ ਕੀਤੇ ਨੂੰ ਆਪਣਾ ਕੀਤਾ ਕਹੀ ਜਾਂਦੇ ਹਾਂ। ਜਦੋਂ ਦੁਨੀਆ ਕੰਮ ਕਰਦੀ ਹੈ ਤਾਂ ਅਸੀਂ ਕਹਿੰਦੇ ਜੀ ਇਹ ਦੁਨੀਆ ਨੇ ਕੰਮ ਕੀਤਾ, ਰੱਬ ਨੇ ਨਹੀਂ ਕੀਤਾ, ਐਂ ਕਹੀ ਜਾਂਦੇ। ਇਹ ਨਹੀਂ ਕਹਿ ਪਾ ਰਹੇ ਕਿ ਜਦੋਂ ਆਪਾਂ ਕੰਮ ਕਰਦੇ ਹੋਈਏ ਤਾਂ ਕਹੇ ਜੀ ਮੈਂ ਨਹੀਂ ਕੀਤਾ, ਰੱਬ ਨੇ ਕਰਾਇਆ ਤਾਂ ਹੋਇਆ, ਹੈ ਨਾ। ਜਦੋਂ ਦੂਜਾ ਕੰਮ ਕਰਦਾ ਹੋਵੇ, ਜੇ ਭੁੱਲ ਕੇ ਵੀ ਕਹਿ ਦੇ ਨਾ ਮੈਂ ਕੀਤਾ, ਉਹਨੂੰ ਸਿੱਖ ਨੇ ਜਿਹੜੀ ਗੱਲ ਸਿੱਖੀ ਹੁੰਦੀ ਹੈ ਫਿਰ ਉਹ ਦੱਸਦਾ ਇਹ ਤੈਂ ਨਹੀਂ ਕੀਤਾ ਭਾਈ, ਰੱਬ ਨੇ ਕਰਾਇਆ। ਆਖੋ ਸਤਿਨਾਮ। ਐਸਾ ਸਮਝਣਾ, ਐਸਾ ਸਮਝਾਉਣਾ ਛੱਡ ਦਿੱਤਾ ਅਸੀਂ। ਆਪਣੇ ਵਿੱਚ ਐਸਾ ਰੱਬ ਦਾ ਨਾਮ ਜਪਣਾ ਅਸੀਂ ਸਮਝਣੋਂ ਹਟ ਗਏ। ਜੀਵਨ ਵਿੱਚ ਹਰ ਕੋਈ ਬੰਦਾ ਹੰਕਾਰੀ ਹੋਇਆ ਫਿਰਦਾ ਹੈ, ਹਰ ਕੋਈ ਬੰਦਾ ਰੱਬ ਦੇ ਕੀਤੇ ਨੂੰ ਆਪਣਾ ਕੀਤਾ ਕਹੀ ਜਾ ਰਿਹਾ ਹੈ। ਮਹਾਰਾਜ ਕਹਿੰਦੇ ਭਾਈ ਐਸਾ ਕਰਨ ਵਾਲਾ ਬੰਦਾ ਦੂਜੇ ਭਾਵ ਵਿੱਚ ਜੁੜਿਆ ਹੋਇਆ। ਕਹਿੰਦੇ ਦੂਜੇ ਭਾਏ ਜੇਤੇ ਕਰਮ ਕਰੇ, ਦੁੱਖ ਲੱਗੈ ਤਨ ਧਾਏ। ਕਹਿੰਦੇ ਜਿਹੜਾ ਬੰਦਾ ਐਸਾ ਦੂਜੇ ਭਾਵ ਦੇ ਵਿੱਚ ਕੰਮ ਕਰਦਾ ਹੈ, ਰੱਬ ਦੇ ਕੀਤੇ ਨੂੰ ਆਪਣਾ ਕੀਤਾ ਕਹੀ ਜਾਂਦਾ ਹੈ, ਉਹ ਕਹਿੰਦਾ ਜਿਤਨੇ ਵੀ ਤੁਸੀਂ ਕਰਮ ਕਰੋਗੇ, ਮਹਾਰਾਜ ਕਹਿੰਦੇ ਤੁਹਾਨੂੰ ਦੁੱਖ ਲੱਗੇਗਾ, ਉਹਦਾ ਸੁੱਖ ਨਹੀਂ ਵਿਆਪੇਗਾ ਜੀਵਨ ਦੇ ਵਿੱਚ। ਕਹਿੰਦੇ ਤਨ ਧਾਏ, ਕਹਿੰਦੇ ਜਿਹੜਾ ਤਨ ਹੁੰਦਾ ਉਹ ਰੋਗੀ ਹੋ ਕੇ ਕਹਿੰਦੇ ਭਾਈ ਰੋਗ ਗ੍ਰਸਤ ਹੋ ਜਾਂਦਾ ਹੈ। ਆਖੋ ਸਤਿਨਾਮ। ਸੋ ਜੀਵਨ ਵਿੱਚ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਇਸ ਬਾਣੀ ਰਾਹੀਂ ਸਮਝਾ ਰਹੇ ਨੇ। ਕਹਿੰਦੇ ਗੁਰ ਪ੍ਰਸਾਦੀ ਸੁਖ ਉਪਜੈ, ਜਾਂ ਗੁਰ ਕਾ ਸ਼ਬਦ ਕਮਾਏ। ਹੁਣ ਇੱਕ ਗੱਲ ਯਾਦ ਰੱਖਣਾ, ਇੱਥੇ ਬਹੁਤ ਸਾਰੇ ਲੋਕ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ ਲੋਕਾਂ ਨੂੰ ਸੁਣਾਉਂਦੇ ਨੇ। ਇਹ ਗੁਰ ਦਾ ਸ਼ਬਦ, ਇਹਦਾ ਅਰਥ ਜਾਣੋ। ਗੁਰ ਕਾ ਸ਼ਬਦ ਕਮਾਏ, ਅਸੀਂ ਇਹਦਾ ਅਰਥ ਸਮਝੀਏ। ਕਹਿੰਦੇ ਜਿਹੜਾ ਬੰਦਾ ਬੋਲਦਾ ਹੈ ਨਾ, ਉਹ ਜੇ ਬੋਲਣ ਲੱਗ ਜਾਏ ਕਿ ਇਹ ਮੈਂ ਨਹੀਂ ਬੋਲ ਰਿਹਾ, ਰੱਬ ਬੁਲਾ ਰਿਹਾ, ਮੈਂ ਨਹੀਂ ਗਾ ਰਿਹਾ, ਰੱਬ ਗਵਾ ਰਿਹਾ। ਜਿਨ੍ਹਾਂ ਨੂੰ ਐਸੀ ਗੱਲ ਸਮਝ ਆਈ, ਐਸੀ ਬਾਣੀ ਨੂੰ ਗੁਰੂ ਕਹਿੰਦੇ ਆ। ਐਸੀ ਬਾਣੀ ਨੂੰ ਅਸੀਂ ਕੀ ਕਹਿੰਦੇ ਆ? ਗੁਰੂ। ਆਹ ਜਿਹੜੀ ਬਾਣੀ ਗੁਰੂ ਹੈ ਬਾਣੀ, ਸ਼ਬਦ ਪੜ੍ਹਦੇ ਹਾਂ ਨਾ ਆਪਾਂ, ਇਹਦਾ ਅਰਥ ਇਹ ਹੈ ਕਿ ਜਿਹੜਾ ਵੀ ਬੰਦਾ, ਚਾਹੇ ਭਗਤ ਬੈਣੀ ਜੀ ਬੋਲ ਰਹੇ ਨੇ, ਚਾਹੇ ਭਗਤ ਸੈਨ ਜੀ ਬੋਲ ਰਹੇ ਨੇ, ਚਾਹੇ ਭਗਤ ਰਵਿਦਾਸ ਜੀ ਬੋਲ ਰਹੇ ਨੇ, ਚਾਹੇ ਬਾਬੇ ਨਾਨਕ ਬੋਲ ਰਹੇ ਨੇ, ਚਾਹੇ ਪੰਚਮ ਪਾਤਸ਼ਾਹ ਬੋਲ ਰਹੇ ਨੇ, ਚਾਹੇ ਕਬੀਰ ਸਾਹਿਬ ਬੋਲ ਰਹੇ ਨੇ। ਕਹਿੰਦੇ ਕੋਈ ਵੀ ਭਗਤ ਜਿਹੜਾ ਰੱਬ ਦੀ ਭਗਤੀ ਕਰ ਰਿਹਾ ਅਤੇ ਲੋਕਾਂ ਨੂੰ ਰੱਬ ਦੀ ਭਗਤੀ ਨਾਲ ਜੋੜ ਰਿਹਾ, ਕਹਿੰਦੇ ਉਹ ਬਾਣੀ ਦਾ ਸ਼ਬਦ ਕਦੇ ਭੁੱਲ ਕੇ ਨਹੀਂ ਕਹਿੰਦਾ ਮੈਂ ਬੋਲਿਆ, ਮੈਂ ਤੁਹਾਨੂੰ ਦੱਸਿਆ। ਜਿਹੜਾ ਵੀ ਕਹਿੰਦਾ ਨਾ ਮੈਂ ਦੱਸਿਆ, ਉਹ ਅੰਨਾ ਹੈ, ਉਹਨੂੰ ਗਿਆਨ ਨਹੀਂ ਹੈ। ਕਹਿੰਦੇ ਭਾਈ ਅੰਧ ਹੈ ਗੁਰੂ ਤੇ ਭਰਮ ਨਾ ਜਾਏ। ਜਿਹੜਾ ਬੰਦਾ ਅੰਨਾ ਹੁੰਦਾ ਨਾ, ਕਹਿੰਦੇ ਜਿਹੜਾ ਬੰਦਾ ਅੰਨੇ ਗੁਰੂ ਨੂੰ ਗੁਰੂ ਬਣਾ ਲੈਂਦਾ, ਜਿਹੜਾ ਕਹਿੰਦਾ ਮੈਂ ਗੁਰੂ ਹਾਂ, ਮਹਾਰਾਜ ਕਹਿੰਦੇ ਭਾਈ ਉਹ ਅੰਨਾ ਗੁਰੂ ਹੈ, ਅੰਨਾ ਗੁਰੂ। ਜੇ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਮੈਂ ਨਹੀਂ ਬੋਲ ਰਿਹਾ, ਰੱਬ ਬੁਲਾ ਰਹੇ ਨੇ। ਹਾਂ ਆਪੋ ਬੋਲ ਨਾ ਜਾਣਦਾ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਸੱਚੇ ਪਾਤਸ਼ਾਹ ਜੀ ਦੀ ਐਸੀ ਬਾਣੀ ਜਿਨ੍ਹਾਂ ਨੂੰ ਅਸੀਂ ਗੁਰੂ ਕਹਿ ਰਹੇ ਹਾਂ। ਮਹਾਰਾਜ ਕਹਿੰਦੇ ਨਾਨਕ ਜਿਤ ਆਪੇ ਲਾਏ ਤਿਤ ਲੱਗੇ, ਕਹਿਣਾ ਕਛੂ ਨਾ ਜਾਏ। ਕਹਿੰਦੇ ਜਿਹੜਾ ਬੰਦਾ ਰੱਬ ਦੀ ਨਹੀਂ ਸੁਣਦਾ, ਧਿਆਨ ਰੱਖਣਾ। ਫਿਰ ਭਾਈ ਇਹ ਗੱਲ ਯਾਦ ਰੱਖੋ, ਜਿਹੜਾ ਬੰਦਾ ਰੱਬ ਦੀ ਨਹੀਂ ਸੁਣਦਾ, ਸਮਝਣਾ ਰੱਬ ਹੀ ਉਹਨੂੰ ਦੂਰ ਰੱਖ ਰਿਹਾ, ਉਹ ਰੱਬ ਹੀ ਉਸ ਹੰਕਾਰੀ ਨੂੰ ਆਪਾਂ ਤੋਂ ਆਪਣੇ ਆਪ ਤੋਂ ਦੂਰ ਕਰ ਰਿਹਾ। ਅਤੇ ਜਿਹੜਾ ਬੰਦਾ ਰੱਬ ਦਾ ਨਾਮ ਜਪੇ ਅਤੇ ਸਮਝਣਾ ਰੱਬ ਕਿਰਪਾ ਕਰ ਰਿਹਾ, ਹੈ ਨਾ। ਫਿਰ ਰੱਬ ਉਹਨੂੰ ਆਪਣੇ ਨੇੜੇ ਲਾਉਂਦਾ। ਜਿਹੜਾ ਰੱਬ ਦੀ ਗੱਲ ਸੁਣਦਾ ਗੁਰੂ ਦੇ ਰਾਹੀਂ, ਜਿਹੜਾ ਰੱਬ ਦੀ ਗੱਲ ਨਹੀਂ ਸੁਣਦਾ, ਬਾਣੀ ਨੂੰ ਗੁਰੂ ਨਹੀਂ ਮੰਨਦਾ, ਮਹਾਰਾਜ ਕਹਿੰਦੇ ਭਾਈ ਉਹ ਫਿਰ ਜੀਵਨ 'ਚ ਦੁੱਖ ਭੋਗਦਾ, ਭਟਕਦਾ। ਸੋ ਸੱਚੇ ਪਾਤਸ਼ਾਹ ਜੀ ਦਾ ਆਓ ਇੱਕ ਸ਼ਬਦ ਪਿਆਰ ਨਾਲ ਗਾਈਏ। ਵਾਹ ਵਾਹ ਬਾਣੀ ਨਿਰੰਕਾਰ ਹੈ,
ਤਿਸ ਜੀਵੜ ਅਵਰ ਨਾ ਕੋਇ। ਜੇ ਕੋਈ ਦੁਨੀਆ ਦੇ ਉੱਤੇ ਨਿਰੰਕਾਰ ਸਰੂਪ ਦੇ ਦਰਸ਼ਨ ਕਰਨੇ ਨੇ, ਬਾਣੀ ਦੀ ਵਿਚਾਰ ਨੂੰ ਦਰਸ਼ਨ ਕਹਿੰਦੇ ਨੇ। ਯਾਦ ਰੱਖਣਾ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਕਹਿੰਦੇ ਜਿਹੜਾ ਸ਼ਬਦ ਦੀ ਵਿਚਾਰ ਕਰਨਾ ਹੈ, ਇਹ ਗੁਰੂ ਜੀ ਦੇ ਦਰਸ਼ਨ ਹਨ। ਧਿਆਨ ਰੱਖਣਾ, ਜਿਹੜਾ ਸ਼ਬਦ ਦੀ ਬੈਠ ਕੇ ਆਪਾਂ ਹੁਣ ਵਿਚਾਰ ਕਰ ਰਹੇ ਹਾਂ, ਆਪਾਂ ਗੁਰੂ ਜੀ ਦੇ ਦਰਸ਼ਨ ਪਾ ਰਹੇ ਹਾਂ ਕਿ ਸਾਡਾ ਗੁਰੂ ਕਿੰਨਾ ਸਮਰੱਥ ਹੈ। ਜੀਵਨ ਵਿੱਚ ਜਿਸ ਵੇਲੇ ਆਪਾਂ ਇਸ ਤਰ੍ਹਾਂ ਬੋਲਣ ਲੱਗਾਂਗੇ ਨਾ ਕਿ ਮੈਂ ਨਹੀਂ ਬੋਲਦਾ ਰੱਬ ਬੁਲਾਉਂਦਾ ਹੈ, ਮੈਂ ਨਹੀਂ ਕੀਤਾ ਰੱਬ ਦਾ ਕੀਤਾ ਹੋਇਆ ਹੈ ਮੇਰੇ ਅੰਦਰੋਂ, ਹੈ ਨਾ, ਸਭ ਦੇ ਅੰਦਰੋਂ ਫਿਰ ਆਏ ਦੀਂਦਾ ਰੱਬ। ਧਿਆਨ ਰੱਖਣਾ, ਜੀਵਨ ਵਿੱਚ ਐਸੀ ਅਵਸਥਾ ਸਭ ਨੂੰ ਪ੍ਰਾਪਤ ਹੋਣੀ ਹੈ। ਸੋ ਸਿੱਖ ਕਹਿੰਦਾ ਫਿਰ ਵਾਹਿਗੁਰੂ। ਕੀ ਕਹਿੰਦਾ? ਵਾਹਿਗੁਰੂ। ਵਾਹਿਗੁਰੂ ਦਾ ਅਰਥ ਹੈ ਕਿ ਗੁਰੂ ਦੀ ਉਹ ਵਾਹ ਵਾਹ ਕਰਨ ਲੱਗ ਪਿਆ। ਭਾਈ ਆਖੋ ਸਤਨਾਮ। ਸ਼ਬਦ ਗੁਰੂ ਕਾ ਸਦ ਉਚਰੈ, ਜੁਗ ਜੁਗ ਵਰਤਾਵਨ ਹਾਰਾ। ਐਸੇ ਜੁਗਾਂ ਜੁਗਾਂ ਤੋਂ ਭਗਤਾਂ ਦੇ ਅੰਦਰੋਂ ਰੱਬ ਬੋਲਣ ਦਾ ਹੈ। ਭਾਈ ਆਖੋ ਸਤਨਾਮ, ਜੁਗਾਂ ਜੁਗਾਂ ਤੋਂ। ਤਾਈਓ ਮਹਾਰਾਜ ਕਹਿੰਦੇ ਸਭ ਹੈ ਘਟ ਰਾਮ ਬੋਲੇ। ਸਭ ਹੈ ਘਟ, ਐਸਾ ਕੋਈ ਘਟ ਨਹੀਂ ਜਿਹਦੇ ਵਿੱਚ ਰੱਬ ਨਾ ਬੋਲਦਾ ਹੋਵੇ। ਪਰ ਸਾਨੂੰ ਪਤਾ ਨਹੀਂ ਹੈ, ਸਾਨੂੰ ਗਿਆਨ ਨਹੀਂ ਹੈ, ਸਾਨੂੰ ਸੋਝੀ ਨਹੀਂ ਹੈ, ਅਤੇ ਅਸੀਂ ਲੋਕਾਂ ਨੂੰ ਬੋਲ ਕੇ ਕਹਿੰਦੇ ਮੈਂ ਤੁਹਾਨੂੰ ਦੱਸਿਆ ਸੀ, ਮੈਂ ਜਨਾਇਆ ਸੀ ਤੁਹਾਨੂੰ। ਮਹਾਰਾਜ ਕਹਿੰਦੇ ਨਹੀਂ, ਜਿਸ ਨੂੰ ਤੂੰ ਜਨਾਏ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਂਖ ਵਖਾਣੈ। ਜਿਸ ਨੂੰ ਮੇਰੇ ਮਾਲਕ ਤੂੰ ਜੋ ਮੇਰੇ ਅੰਦਰ ਮੈਨੂੰ ਬੁਲਾ ਰਿਹਾ, ਤੂੰ ਨਾ ਮੈਨੂੰ ਜਨਾਵੇਂ ਅਤੇ ਮੈਂ ਬੋਲ ਨਾ ਸਕਾਂ। ਧਿਆਨ ਰੱਖਣਾ, ਜਿਸ ਨੂੰ ਤੂੰ ਜਨਾਉਣਾ ਉਹ ਹੀ ਜਾਣਦਾ। ਜੇ ਨਾਨਕ ਬੋਲੇ ਤੇ ਤੈਂ ਬੁਲਾਇਆ, ਨਾਨਕ ਬੋਲੇ ਬੁਲਾਇਆ ਤੇਰਾ। ਧਿਆਨ ਰੱਖਣਾ। ਸੋ ਸੱਚੇ ਪਾਤਸ਼ਾਹ ਜੀ ਦਾ ਆਹ ਸ਼ਬਦ ਪਿਆਰ ਨਾਲ ਪੜ੍ਹਿਓ ਅਤੇ ਫਿਰ ਆਪਾਂ ਸਮਾਪਤੀ ਕਰਾਂਗੇ ਜੀ। ਆਨੰਦ ਸਾਹਿਬ ਦਾ ਪਾਠ 6 ਵਜੇ ਕਰਨ ਦਾ ਅਭਿਆਸ ਕਰਾਂਗੇ। ਪੜ੍ਹੋ ਪਿਆਰ ਨਾਲ ਜੀ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਤਿਸ ਜੇ ਵਡਿਆਵਰ ਨ ਕੋਇ, ਤਿਸ ਜੇ ਵਡਿਆਵਰ ਨ ਕੋਇ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਤਿਸ ਜੇ ਵਡਿਆਵਰ ਨ ਕੋਇ, ਤਿਸ ਜੇ ਵਡਿਆਵਰ ਨ ਕੋਇ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਕਿੰਨਾ ਸੁੰਦਰ ਹਰਿਮੰਦਰ ਸਾਹਿਬ ਬਣਾਇਆ ਅੰਮ੍ਰਿਤਸਰ ਸੇ। ਕਾਹਦੇ ਵਾਸਤੇ ਬਣਾਇਆ? ਆਪਣੇ ਬੈਠਣ ਵਾਸਤੇ ਨਹੀਂ ਬਣਾਇਆ, ਆਪਣਾ ਬੁੱਧ ਸਥਾਪਿਤ ਕਰਨ ਵਾਸਤੇ ਨਹੀਂ ਬਣਾਇਆ। ਬਾਣੀ ਜੋ ਨਿਰੰਕਾਰ ਸਰੂਪ ਹੈ, ਚਾਹੇ ਕਿਸੇ ਭਗਤ ਵਿੱਚੋਂ ਆਈ, ਉਹ ਰੱਬ ਦੀ ਬਾਣੀ ਹੈ। ਧਰਤੀ ਬਾਣੀ ਆਈ ਤੇ ਸਗਲੀ ਚਿੱਤ ਮਿਟਾਈ। ਜਿਵੇਂ ਆਪਾਂ ਕਿਹਾ ਸੀ ਨਾ ਕਿ ਹਰੇਕ ਬੰਦੇ ਵਿੱਚ ਰੱਬ ਵਾਸਤਾ ਤੇ ਹਰੇਕ ਬੰਦੇ ਵਿੱਚ ਰੱਬ ਬੋਲਦੇ ਨੇ। ਹਰੇਕ ਬੰਦੇ ਸਾਨੂੰ ਪਤਾ ਨਹੀਂ ਹੈ, ਹਰੇਕ ਬੰਦੇ ਵਿੱਚ ਰੱਬ ਕਰਦੇ ਨੇ, ਸਾਨੂੰ ਗਿਆਨ ਨਹੀਂ ਹੈ। ਤੇ ਜਦੋਂ ਸਾਨੂੰ ਬਾਣੀ ਰਾਹੀਂ ਗਿਆਨ ਹੁੰਦਾ ਹੈ, ਇਹ ਆਹ ਜਿਹੜੇ ਭਗਤ ਨੇ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਕਿੰਨੇ ਭਗਤ ਨੇ? ਦੇਖੋ 36 ਮਹਾਂਪੁਰਸ਼ ਨੇ, 6 ਪਾਤਸ਼ਾਹੀਆਂ ਨੇ, 15 ਭਗਤ ਨੇ, 4 ਸਿੱਖ ਨੇ, 11 ਭੱਟ ਨੇ। 36 ਮਹਾਂਪੁਰਸ਼ਾਂ ਦੀ ਬਾਣੀ ਹੈ, ਜਿਹਨਾਂ ਵਿੱਚੋਂ ਇੱਕ ਰੱਬ ਬੋਲੇ, ਇੱਕ ਰੱਬ। ਐਸੀ ਰੱਬ ਦੀ ਬਾਣੀ ਪ੍ਰਕਾਸ਼ ਕੀਤੀ ਤੇ ਇਸ ਬਾਣੀ ਨੂੰ ਨਿਰੰਕਾਰ ਕਹਿੰਦੇ। ਨਿਰੰਕਾਰ ਦਾ ਸਮਝਦੇ ਹੋ? ਜੇ ਰੱਬ ਨੂੰ ਮਿਲਣਾ ਕਹਿੰਦੇ ਬਾਣੀ ਨਾਲ ਮਿਲਣਾ ਸਿੱਖੋ। ਜੇ ਰੱਬ ਨਾਲ ਮਿਲਣਾ ਬਾਣੀ ਰਾਹੀਂ ਮਨ ਨੂੰ ਜੋੜਨਾ ਸਿੱਖੋ। ਜੇ ਰੱਬ ਨਾਲ ਮਿਲਣਾ ਬਾਣੀ ਰਾਹੀਂ ਮਨ ਵਿੱਚ ਰੱਬ ਨੂੰ ਬਾਣੀ ਅਨੁਸਾਰ ਬੋਲਣਾ ਸਿੱਖੋ। ਧਿਆਨ ਰੱਖਣਾ, ਤਾਂ ਜੀਵਨ
ये बाणी ਨੂੰ ਨਿਰੰਕਾਰ ਸਰੂਪ ਨਾਮ ਦਿੱਤਾ। ਸੋ ਸੱਚੇ ਪਾਤਸ਼ਾਹ ਨੇ ਬਾਣੀ ਦਾ ਪ੍ਰਕਾਸ਼ ਕੀਤਾ ਹੈ। ਲੋਕਾਂ ਨੇ ਮੰਦਰਾਂ ਦੇ ਵਿੱਚ ਮੰਦਿਆਂ ਦੇ ਬੁੱਤ ਬਣਾਏ ਹੋਏ ਨੇ, ਦੇਵੀ ਦੇਵਤਿਆਂ ਦੇ ਬੁੱਤ ਬਣਾਏ ਹੋਏ ਨੇ। ਇੱਥੇ ਮਹਾਰਾਜ ਕਹਿੰਦੇ ਜਿਹੜਾ ਬਾਣੀ ਪੜ੍ਹਦਾ ਹੈ ਉਹ ਦੇਵਤਾ ਬਣ ਜਾਂਦਾ ਹੈ। ਜੇ ਮਾਨਸ ਦੇ ਦੇਵਤੇ ਕੀਏ ਅਤਨਾ ਕੀ ਵਾਰ ਕਹਿੰਦੇ ਭਾਈ ਜਿਹੜਾ ਬੰਦਾ ਦੇਵਤਾ ਦੇਵਤਾ ਕਹਿੰਦੇ ਕਿਉਂ ਨੇ, ਜਿਹੜਾ ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਕਹੇ ਉਹ ਦੇਵਤਾ ਕਹਿੰਦੇ। ਜਦੋਂ ਤੁਸੀਂ ਮਾਂ ਬਣ ਕੇ ਜਾਂ ਪਿਓ ਬਣ ਕੇ ਬੱਚਿਆਂ ਨੂੰ ਦਿੰਦੇ ਹੋ, ਜੇ ਤੁਸੀਂ ਬੱਚਿਆਂ ਨੂੰ ਗੱਲ ਕਹਿਣ ਲੱਗ ਜਾਓ ਕਿ ਬੇਟਾ ਮੈਂ ਨਹੀਂ ਦੇ ਰਿਹਾ ਰੱਬ ਦਵਾ ਰਿਹਾ ਤਾਂ ਮੈਂ ਦੇ ਰਿਹਾ, ਉਹ ਦੇਵਤਾ ਕਹਿੰਦੇ। ਜਦੋਂ ਤੁਸੀਂ ਕਿਸੇ ਨੂੰ ਵੀ ਕੋਈ ਚੀਜ਼ ਦਿਓ, ਕੋਈ ਵੀ ਦੇਵ ਦੁਆਰਾ ਇਹ ਨਾ ਕਹੇ ਮੈਂ ਦਿੱਤੀ ਹੈ, ਉਹ ਕਹਿੰਦਾ ਜੀ ਰੱਬ ਦਿੰਦਾ ਤਾਂ ਮੈਂ ਤੁਹਾਨੂੰ ਦਿੱਤੀ ਹੈ, ਜੇ ਰੱਬ ਨਾ ਦਿੰਦਾ ਮੈਂ ਕਿੱਥੋਂ ਦਿੰਦਾ ਹੈ, ਉਹ ਦੇਵਤਾ ਕਹਿੰਦੇ। ਮਹਾਰਾਜ ਕਹਿੰਦੇ ਭਾਈ ਹਰੇਕ ਬੰਦੇ ਨੇ ਦੇਵਤਾ ਬਣਨਾ ਹੈ, ਹਰੇਕ ਬੰਦੇ ਨੇ ਕਹਿੰਦੇ ਰੱਬ ਦੇ ਨੇੜੇ ਹੋਣਾ ਤੇ ਜਾਣਨਾ ਹੈ। ਇਹ ਮੈਂ ਨਹੀਂ ਦੇ ਰਿਹਾ ਰੱਬ ਦਵਾ ਰਿਹਾ ਤਾਂ ਮੈਂ ਦੇ ਰਿਹਾ, ਇਹ ਮੈਂ ਨਹੀਂ ਕਿਰਪਾ ਕਰ ਰਿਹਾ ਰੱਬ ਕਿਰਪਾ ਮੇਰੇ ਤੇ ਕਰ ਰਿਹਾ ਤਾਂ ਮੈਂ ਤੁਹਾਡੇ ਤੇ ਕਿਰਪਾ ਕਰ ਪਾ ਰਿਹਾ। ਧਿਆਨ ਰੱਖਣਾ ਉਹ ਦੇਵਤਾ ਕਹਿੰਦੇ ਨੇ। ਸੋ ਸੱਚੇ ਪਾਤਸ਼ਾਹ ਕਹਿੰਦੇ ਹਰੇਕ ਬੰਦੇ ਨੇ ਦੇਵਤਾ ਬਣਨਾ ਹੈ। ਉਹਦਾ ਅਰਥ ਹੈ ਕਿ ਹਰੇਕ ਬੰਦੇ ਨੇ ਕਿਸੇ ਨੂੰ ਦੇ ਕੇ ਕੋਈ ਵੀ ਜੀਵਨ ਦੀ ਅਵਸਥਾ ਦੇਦਿਆਂ ਹੋਇਆ ਭੁੱਲ ਕੇ ਨਹੀਂ ਕਹਿਣਾ ਮੈਂ ਦਿੱਤਾ ਤੈਨੂੰ, ਕਹਿ ਸਕੇ ਮਾਲਕ ਨੇ ਦਵਾਇਆ ਸੀ ਤਾਂ ਮੈਂ ਦਿੱਤਾ ਬੇਟਾ, ਜੇ ਰੱਬ ਨਾ ਦਿੱਤਾ ਮੈਂ ਤੈਨੂੰ ਕਿੱਥੇ ਦੇ ਦਿੰਦਾ। ਐਸੀ ਗੱਲ ਸਮਝ ਆਵੇ ਮਹਾਰਾਜ ਕਹਿੰਦੇ ਉਹ ਬੰਦਾ ਰੱਬ ਦੇ ਨੇੜੇ ਹੋ, ਉਹ ਬੰਦਾ ਫਿਰ ਰੱਬ ਵਾਲਾ ਹੋਣਾ ਹੈ। ਮਹਾਰਾਜ ਕਹਿੰਦੇ ਹਰ ਐਸਾ ਚਾਹੀਏ ਜੈਸਾ ਹਰ ਹੀ ਹੋਏ। ਮਹਾਰਾਜ ਕਹਿੰਦੇ ਭਾਈ ਮਾਂ ਵਿੱਚ ਰੱਬ ਦਿਖੇ, ਪਿਓ ਵਿੱਚ ਰੱਬ ਦਿਖੇ, ਉਹ ਤਾਂ ਦਿਖੇ ਜੇ ਇਸ ਬਾਣੀ ਦੇ ਲੜ ਮਾਤਾ ਪਿਤਾ ਲੱਗੇ ਹੋਣਗੇ। ਭਾਈ ਦਾ ਸਤਨਾਮ ਬੜਾ ਪਿਆਰ ਨਾਲ बाहु बाहु बाणी निरंकार है, बाहु बाहु बाणी निरंकार है। तिस जे वड्यावर न कोई, तिस जे वड्यावर न कोई। बाहु बाहु बाणी निरंकार है, बाहु बाहु बाणी निरंकार है। वाहो वाहो अगम अथाओ है, वाहो वाहो अगम अथाओ है। वाहो वाहो सच्चा सोए, वाहो वाहो सच्चा सोए। वाहो वाहो वे परवाह है, वाहो वाहो वे परवाह है। वाहो वाहो करे सो होए, वाहो वाहो करे सो होए। तिस जे वड्यावर न कोई, तिस जे वड्यावर न कोई। बाहु बाहु बाणी निरंकार है, बाहु बाहु बाणी निरंकार है। तिस जे वड्यावर न कोई, तिस जे वड्यावर न कोई। बाहु बाहु बाणी निरंकार है, बाहु बाहु बाणी निरंकार है।
जे वड्यावर न कोय, तिस जे वड्यावर न कोय। बाहु बाहु बाणी निरंकार है, बाहु बाहु बाणी निरंकार है। तिस जे वड्यावर न कोय, तिस जे वड्यावर न कोय। बाहु बाहु बाणी निरंकार है, बाहु बाहु बाणी निरंकार है। नानक वाहो वाहो गुरमुख पाइए, नानक वाहो वाहो गुरमुख पाइए। अन दिन नाम लए, अन दिन नाम लए। तिस जे वड्यावर न कोय, तिस जे वड्यावर न कोय। बाहु बाहु बाणी निरंकार है, बाहु बाहु बाणी निरंकार है। तिस जे वड्यावर न कोय, तिस जे वड्यावर न कोय। बाहु बाहु बाणी निरंकार है, 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 निरंकार है। निरंकार के अर्थ सुन लो, समझियो। एक होंदा है निराकार, जो दीदा नहीं है। एक होंदा है आकार, जो दीदा है। आ जिहड़ा अपना शरीर दींदा है, ਇਹਨੂੰ आकार ਕਹਿੰਦੇ ਨੇ। ध्यान रखना। ਹੁਣ ਆਪਣੇ ਅੰਦਰ ਇੱਕ ਨਿਰੰਕਾਰ ਵਸਦਾ ਹੈ, ਉਹ ਦੀਂਦਾ ਨਹੀਂ ਹੈ ਪਰ ਉਹ ਆਕਾਰ ਦਿੰਦਾ ਹੈ। ਧਿਆਨ ਰੱਖਣਾ। ਜਿਹੜਾ ਰੱਬ ਆਪਣੇ ਅੰਦਰ ਵਸਦਾ ਹੈ ਉਹ ਅੱਖਾਂ ਰਾਹੀਂ ਦੀਂਦਾ ਨਹੀਂ ਹੈ। ਧਿਆਨ ਰੱਖਣਾ। ਆ ਜਿਹੜਾ ਸਰੀਰ ਬਣਾ ਰਿਹਾ ਇਹ ਉਹ ਆਪ ਬਣਾ ਰਿਹਾ, ਆਪਾਂ ਤਾਂ ਨਹੀਂ ਬਣਾ ਰਹੇ। ਆਪਾਂ ਨੂੰ ਖੂਨ ਦੀ ਬੂੰਦ ਨਹੀਂ ਆਉਂਦੀ ਬਣਾਉਣੀ। ਧਿਆਨ ਰੱਖਣਾ। ਆਪਾਂ ਇਹ ਸਰੀਰ ਦੇ ਵਿੱਚ ਇੱਕ ਖੂਨ ਦੀ ਬੂੰਦ ਨਹੀਂ ਬਣਾ ਸਕਦੇ। ਜੇ ਮਨੁੱਖ ਕਿਸੇ ਨੂੰ ਖੂਨ ਦੇਣਾ ਹੋਵੇ ਨਾ ਤਾਂ ਲੋਕਾਂ ਦਾ ਖੂਨ ਦੇਣਾ ਪੈਂਦਾ, ਲੋਕਾਂ ਤੋਂ ਖੂਨ ਲੈਣਾ ਪੈਂਦਾ। ਉਹਨਾਂ ਨੇ ਅੱਜ ਤੱਕ ਇਹ ਮਸਾਲਿਆਂ ਦੇ ਨਾਲ ਖੂਨ ਨਹੀਂ ਬਣਾਇਆ। ਧਿਆਨ ਰੱਖਣਾ। ਖੂਨ ਬਣਦਾ ਨਹੀਂ ਹੈ ਲੈਬੋਰਟਰੀ 'ਚ। ਬੰਦਿਆਂ ਦੇ ਵਿੱਚੋਂ ਜਿਹੜਾ ਖੂਨ ਆਉਂਦਾ ਉਹ ਖੂਨ ਬੰਦਿਆਂ ਨੂੰ ਦਿੱਤਾ ਜਾਂਦਾ। ਸੋ ਖਿਆਲ ਕਰਿਓ, ਆ ਜਿਹੜਾ ਸਰੀਰ ਹੈ ਇਹ ਆਪਾਂ ਨਹੀਂ ਬਣਾ ਰਹੇ, ਰੱਬ ਬਣਾ ਰਿਹਾ, ਜਿਹੜਾ ਦੀਂਦਾ ਨਹੀਂ ਹੈ। ਧਿਆਨ ਰੱਖਣਾ। ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ। ਕਹਿੰਦੇ ਜਿਹੜਾ ਅਦ੍ਰਿਸ਼ਟ ਹੈ ਉਹ ਅਗੋਚਰ ਹੈ, ਜੋ ਸਾਡੇ ਦਿਮਾਗ ਵਿੱਚ ਆ ਹੀ ਨਹੀਂ ਸਕਦਾ ਜਦੋਂ ਤੱਕ ਗੁਰੂ ਨਾ ਸਮਝਾਵੇ, ਰੱਬ ਕਿਰਪਾ ਨਾ ਕਰੇ। ਧਿਆਨ ਰੱਖਣਾ। ਉਦੋਂ ਤੱਕ ਸਾਡੀ ਬੁੱਧੀ ਚਰ ਨਹੀਂ ਸਕਦੀ ਉਹਨੂੰ। ਧਿਆਨ ਰੱਖਣਾ। ਸੋ ਉਹਨੂੰ ਅਗੋਚਰ ਕਹਿੰਦੇ ਨੇ। ਜੀਵਨ ਵਿੱਚ ਨਿਰੰਕਾਰ ਉਹਨੂੰ ਕਹਿ ਰਹੇ ਹਾਂ ਜਿਹੜਾ ਨਿਰਾਕਾਰ ਇਸ ਆਕਾਰ ਨੂੰ ਬਣਾ ਰਿਹਾ। ਕਹਿੰਦੇ ਕਿਵੇਂ ਬਣਾ ਰਿਹਾ? ਕਹਿੰਦੇ ਸ਼ਬਦ ਰਾਹੀਂ, ਬਾਣੀ ਰਾਹੀਂ। ਕਹਿੰਦੇ ਰੱਬ ਜਦੋਂ ਬੋਲਦਾ ਹੈ ਨਾ ਅੰਦਰੋਂ, ਤੇ ਫਿਰ ਸਰੀਰ ਉਸ ਤਰ੍ਹਾਂ ਬਣ ਜਾਂਦਾ ਹੈ।
ਤੁਹਾਡਾ ਰਿਸ਼ਤਾ ਉਸ ਤਰ੍ਹਾਂ ਹੀ ਬਣਦਾ ਹੈ ਜਿਵੇਂ ਤੁਸੀਂ ਬੋਲਦੇ ਹੋ। ਤੁਹਾਨੂੰ ਜਗ੍ਹਾ ਜੀਵਨ 'ਚ ਉਹੀ ਮਿਲਦੀ ਹੈ ਜੈਸਾ ਤੁਸੀਂ ਬੋਲਣ ਲੱਗ ਜਾਂਦੇ ਹੋ। ਧਿਆਨ ਰੱਖਣਾ, ਜੈਸਾ ਤੁਹਾਡਾ ਮਨ ਬੋਲਣ ਲੱਗ ਜਾਂਦਾ ਹੈ ਤੁਹਾਨੂੰ ਦੁਨੀਆ ਫਿਰ ਵੈਸੀ ਜਗ੍ਹਾ ਦਿੰਦੀ ਹੈ। ਧਿਆਨ ਰੱਖਿਓ, ਜਿੱਥੇ ਵੀ ਤੁਸੀਂ ਕਿਸੇ ਘਰ 'ਚ ਜਾਂਦੇ ਹੋ, ਜੇ ਤੁਸੀਂ ਚੰਗਾ ਬੋਲਦੇ ਹੋ ਤਾਂ ਤੁਹਾਨੂੰ ਉਸ ਘਰ 'ਚ ਚੰਗੀ ਜਗ੍ਹਾ ਮਿਲ ਜਾਂਦੀ ਹੈ। ਜੇ ਤੁਸੀਂ ਕਿਸੇ ਵੀ ਘਰ 'ਚ ਜਾਂਦੇ ਹੋ ਅਤੇ ਤੁਹਾਨੂੰ ਚੰਗਾ ਬੋਲਣਾ ਨਾ ਆਵੇ, ਲੋਕ ਫਿਰ ਸ਼ਕਲ ਨਹੀਂ ਦੇਖਦੇ ਆਪਣੀ, ਆਖੋ ਸਤਿਨਾਮ, ਨਹੀਂ ਦੇਖਦੇ। ਸੋ ਜੈਸਾ ਤੁਸੀਂ ਬੋਲਣ ਲੱਗਦੇ ਹੋ ਤੁਹਾਨੂੰ ਐਸਾ ਘਰ ਮਿਲਦਾ ਹੈ, ਜੈਸਾ ਤੁਸੀਂ ਬੋਲਣ ਲੱਗਦੇ ਹੋ ਵੈਸਾ ਆਪਾਂ ਨੂੰ ਸਰੀਰ ਮਿਲਦਾ ਹੈ। ਯਾਦ ਰੱਖਿਓ, ਜੈਸਾ ਆਪਾਂ ਬੋਲਦੇ ਹਾਂ ਫਿਰ ਵੈਸਾ ਘਰ ਬਣਦਾ ਰਹਿੰਦਾ ਹੈ ਭਾਈ, ਆਖੋ ਸਤਿਨਾਮ, ਵੈਸਾ ਘਰ ਬਣਦਾ ਰਹਿੰਦਾ ਹੈ। ਸੋ ਖਿਆਲ ਕਰਨਾ, ਬੋਲਣਾ ਸਿੱਖੋ। ਬੋਲਣਾ, ਜਦੋਂ ਤੁਸੀਂ ਬੋਲੋ ਤਾਂ ਕਦੇ ਭੁੱਲ ਕੇ ਨਾ ਬੋਲੋ ਮੈਂ ਬੋਲਿਆ। ਜਦੋਂ ਤੁਸੀਂ ਬੋਲੋ ਤਾਂ ਇਹ ਕਹਿਣਾ ਸਿੱਖੋ ਕਿ ਰੱਬ ਜੀ ਤੁਸੀਂ ਬੁਲਾਇਆ ਤਾਂ ਮੈਂ ਬੋਲਿਆ। ਧਿਆਨ ਰੱਖਣਾ, ਤਾਂ ਕਿ ਤੁਹਾਡਾ ਬੋਲ ਰੱਬ ਦਾ ਬੋਲ ਹੋ ਜਾਏ। ਐਸਾ ਪ੍ਰਾਪਤ ਕਰਨ ਵਾਸਤੇ ਆਪਾਂ ਨੂੰ ਸਰੀਰ ਮਿਲਿਆ ਹੈ, ਤਾਂ ਕਿ ਸਰੀਰ ਤੁਹਾਡਾ ਸਰੀਰ ਰੱਬ ਦਾ ਸਰੀਰ ਹੋ ਜਾਏ। ਇਹ ਸਰੀਰ ਵਿੱਚੋਂ ਲੋਕ ਤੁਹਾਨੂੰ ਨਾ ਦੇਖਣ, ਤੁਹਾਡੇ ਅੰਦਰੋਂ ਤੁਹਾਡਾ ਰੱਬ ਦਿਖੇ ਭਾਈ, ਆਖੋ ਸਤਿਨਾਮ, ਤੁਹਾਡਾ ਰੱਬ ਦਿਖੇ। ਹਾਲੇ ਆਪਾਂ ਦੀਂਦੇ ਹਾਂ ਕਿਉਂਕਿ ਸਾਨੂੰ ਹਾਲੇ ਆਪਾਂ ਨੂੰ ਬੋਲਣਾ ਨਹੀਂ ਆ ਰਿਹਾ, ਹਾਲੇ ਆਪਾਂ ਆਪਣੇ ਆਪ ਨੂੰ ਜਨਾਈ ਜਾ ਰਹੇ ਹਾਂ। ਆਪਾਂ ਜਦੋਂ ਘੱਟ ਬੈਠੇ ਰੱਬ ਨੂੰ ਜਨਾਉਣ ਲੱਗਾਂਗੇ ਨਾ ਕਿ ਮੈਂ ਨਹੀਂ ਬੋਲਦਾ ਜੀ ਰੱਬ ਬੁਲਾਉਂਦਾ, ਮੈਂ ਨਹੀਂ ਕਰਦਾ ਰੱਬ ਕਰਾਉਂਦਾ, ਤਾਂ ਮੈਥੋਂ ਹੁੰਦਾ ਹੈ ਨਾ, ਉਹਦਾ ਅਰਥ ਹੈ ਕਿ ਸਾਡਾ ਬੋਲ ਨਿਰੰਕਾਰ ਨੂੰ ਜਨਾਉਣ ਲੱਗ ਗਿਆ। ਜਿਹੜਾ ਰੱਬ ਨਿਰਾਕਾਰ ਹੈ ਨਾ, ਜਿਹਦੇ ਨਾਲ ਆਕਾਰ ਬਣਦਾ ਹੈ, ਜਿਹਦੇ ਨਾਲ ਘਰ ਬਣਦੇ ਨੇ, ਜਿਹਦੇ ਨਾਲ ਦੁਨੀਆ ਦਿੰਦੀ ਹੈ, ਕਹਿੰਦੇ ਭਾਈ ਜੈਸਾ ਤੁਸੀਂ ਬੋਲਦੇ ਹੋ ਵੈਸਾ ਤੁਸੀਂ ਦਿਖਣ ਲੱਗ ਜਾਂਦੇ ਹੋ ਭਾਈ। ਫਿਰ ਆਖੋ ਸਤਿਨਾਮ। ਜੇ ਮਾੜਾ ਬੋਲੋਗੇ ਮਾੜੇ ਦਿਖੋਗੇ, ਧਿਆਨ ਰੱਖਣਾ। ਜੇ ਚੰਗਾ ਬੋਲੋਗੇ ਚੰਗੇ ਦਿਖਣ ਲੱਗ ਜਾਓਗੇ, ਲੋਕ ਤੁਹਾਡੇ ਦਰਸ਼ਨ ਕਰਨਾ ਚਾਹਣਗੇ। ਜੇ ਤੁਸੀਂ ਚੰਗਾ ਬੋਲੋਗੇ ਲੋਕ ਕਹਿਣਗੇ ਜੀ ਅੱਜ ਮੈਂ ਰੱਬ ਦੇ ਦਰਸ਼ਨ ਕੀਤੇ, ਆਖੋ ਸਤਿਨਾਮ। ਜੇ ਮਾੜਾ ਬੋਲਣ ਲੱਗ ਗਏ ਲੋਕ ਕਹਿੰਦੇ ਜੀ ਮੈਂ ਤਾਂ ਮੇਰੇ ਮੱਥੇ ਸਵੇਰੇ ਸਵੇਰੇ ਲੱਗ ਜਾਂਦਾ ਹੈ, ਮਾੜਾ ਬੋਲਦਾ ਐਂ ਲੱਗਦਾ ਮੈਨੂੰ ਸਵੇਰੇ ਸਵੇਰੇ ਮੈਨੂੰ ਸ਼ੈਤਾਨ ਮੇਰੇ ਮੱਥੇ ਲੱਗ ਗਿਆ। ਧਿਆਨ ਰੱਖਣਾ, ਜੇ ਬੰਦਾ ਚੰਗਾ ਬੋਲਣ ਲੱਗ ਜੇ, ਚੰਗਾ ਬੋਲਣ ਦੀ ਆਦਤ ਪਾ ਲੇ, ਕਹਿੰਦੇ ਭਾਈ ਫਿਰ ਲੋਕ ਕਹਿੰਦੇ ਮੈਨੂੰ ਅੱਜ ਰੱਬ ਮਿਲ ਗਿਆ, ਆਖੋ ਸਤਿਨਾਮ। ਧਿਆਨ ਰੱਖਣਾ, ਤੁਹਾਡੇ ਬੋਲਾਂ ਨੂੰ ਘੜੋ। ਸ਼ਬਦ ਮਹਾਰਾਜ ਕਹਿੰਦੇ ਘੜੀਏ ਸ਼ਬਦ ਸੱਚੀ ਟਕਸਾਲ, ਹੈ ਨਾ, ਆਪਣੇ ਸ਼ਬਦਾਂ ਨੂੰ ਘੜੋ, ਸ਼ਬਦਾਂ ਰਾਹੀਂ ਬੋਲਣਾ ਸਿੱਖੋ। ਮਹਾਰਾਜ ਕਹਿੰਦੇ ਇਹਦੇ ਵਿੱਚ ਗਿਆਨ ਦਾ ਅੰਸ਼ ਪਾਓ। ਕਹਿੰਦੇ ਭਾਈ ਜਦੋਂ ਤੁਸੀਂ ਬੋਲੋ ਤਾਂ ਐਸਾ ਬੋਲੋ ਕਿ ਮੈਂ ਤਾਂ ਬੋਲਦਾ ਕਿਉਂਕਿ ਮਾਲਕ ਤੂੰ ਬੁਲਾਉਣਾ, ਐਸਾ ਬੋਲਣਾ ਸਿੱਖੋ। ਜਦੋਂ ਤੁਸੀਂ ਕਰਮ ਕਰਕੇ ਬੋਲੋ ਅਤੇ ਕਰਮ ਕਰਕੇ ਬੋਲਦਿਆਂ ਹੋਇਆਂ ਭੁੱਲ ਕੇ ਨਹੀਂ ਕਹਿਣਾ ਮੈਂ ਕੀਤਾ, ਕਹਿਣਾ ਜੀ ਮਾਲਕ ਤੈਂ ਕਰਾਇਆ ਤਾਂ ਮੈਥੋਂ ਹੋਇਆ। ਐਸਾ ਬੋਲਣਾ ਸਿੱਖੋ। ਜਿਉਂ ਜਿਉਂ ਤੁਹਾਡਾ ਬੋਲ ਰੱਬ ਦੇ ਨੇੜੇ ਜਾਊਗਾ ਤਿਉਂ ਤਿਉਂ ਤੁਹਾਡਾ ਸਰੂਪ ਰੱਬ ਦਾ ਸਰੂਪ ਦਿਖਣ ਲੱਗ ਜਾਏਗਾ ਭਾਈ, ਆਖੋ ਸਤਿਨਾਮ। ਐ ਗੁਰ ਸਿੱਖੋ, ਗੁਰ ਸਿੱਖੋ। ਸੋ ਮਹਾਰਾਜ ਕਹਿੰਦੇ ਜੈਸੀ ਤੁਹਾਡੀ ਬਾਣੀ ਹੋਏਗੀ ਐਸਾ ਫਿਰ ਤੁਹਾਡਾ ਚਿਹਰਾ ਦਿਖਦਾ ਹੋਏਗਾ। ਜਿਵੇਂ ਤੁਸੀਂ ਬੋਲੋਗੇ ਕਹਿੰਦੇ ਭਾਈ ਉਸ ਤਰ੍ਹਾਂ ਦਿਖੋਗੇ। ਧਿਆਨ ਰੱਖਣਾ। ਸੋ ਸੱਚੇ ਪਾਤਸ਼ਾਹ ਕਹਿੰਦੇ ਸਿੱਖ ਇਹੀ ਗੱਲ ਸਿੱਖਣ ਆਉਂਦਾ ਗੁਰਦੁਆਰੇ ਕਿ ਇਹ ਭਗਤ ਕਿਵੇਂ ਬੋਲੇ, ਅਸੀਂ ਵੀ ਉਸ ਤਰ੍ਹਾਂ ਬੋਲਣਾ ਸਿੱਖ ਜੀਏ। ਇਹ ਭਗਤਾਂ ਨੇ ਰੱਬ ਨੂੰ ਘੱਟ ਬੈਠੇ ਰੱਬ ਨੂੰ ਕਿਵੇਂ ਯਾਦ ਕੀਤਾ, ਅਸੀਂ ਵੀ ਘੱਟ ਬੈਠੇ ਰੱਬ ਨੂੰ ਯਾਦ ਕਰਨ ਲੱਗ ਜੀਏ, ਆਖੋ ਸਤਿਨਾਮ। ਸੋ ਐ ਗੁਰ ਸਿੱਖੋ, ਗੁਰ ਸਿੱਖੋ। ਕਹਿੰਦੇ ਭਾਈ ਐਸੀ ਬਾਣੀ ਨੂੰ ਨਿਰੰਕਾਰ ਕਹਿੰਦੇ ਆ। ਜਿਹੜਾ ਨਿਰਾਕਾਰ ਆਪਣੇ ਅੰਦਰ ਹੈ, ਇਹ ਸਰੀਰ ਨੂੰ ਬਣਾਉਣ ਵਾਲਾ, ਜਿਹਦੇ ਰਾਹੀਂ ਆਪਾਂ ਇਹ ਸਰੀਰ ਵਿੱਚ ਵਸ ਸਕਦੀ ਹੈ। ਆ ਇੱਕ ਗੱਲ ਯਾਦ ਰੱਖਿਓ ਕਿ ਆਹ ਜਿਹੜਾ ਸਾਡਾ ਸਰੀਰ ਹੈ, ਇਹ ਸਰੀਰ ਦੇ ਵਿੱਚ ਆ ਥੋੜ੍ਹਾ ਜਿਹਾ ਇੱਧਰ ਨਿਗਾਹ ਰੱਖਿਓ, ਮੇਰੇ ਹੱਥ ਵੱਲ ਧਿਆਨ ਦਿਓ। ਕਹਿੰਦੇ ਆਹ ਜਿਹੜਾ ਆਪਣਾ ਸਰੀਰ ਹੈ, ਇਹਦੇ ਵਿੱਚ ਹੀ ਇੱਕ ਕਾਲਾ ਜਿਹਾ ਦਿੰਦਾ ਨਾ, ਕਾਲਾ, ਇਹ ਮਨ ਹੈ ਆਪਣਾ। ਮਹਾਰਾਜ ਕਹਿੰਦੇ ਐਸੇ ਜਨਮ ਜਨਮ ਦੀ ਸਾਡੇ ਮਨ ਨੂੰ ਹੰਕਾਰ ਦੀ ਮੈਲ ਲੱਗ ਗਈ। ਸਾਡਾ ਮਨ ਰੱਬ ਨੂੰ ਭੁੱਲ ਗਿਆ, ਆਪਣੇ ਆਪ ਨੂੰ ਜਨਾਉਣ ਲੱਗ ਗਿਆ। ਇਹਨੂੰ ਕਹਿੰਦੇ ਨੇ, ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਕਹਿੰਦੇ ਕਾਲਾ ਹੋਆ ਸ਼ਾ, ਕਹਿੰਦੇ ਕਾਲਾ ਹੋ ਗਿਆ, ਕਾਲਖ ਲੱਗ ਗਈ ਇਸ ਨੂੰ।
ਜਨਮਾਂ ਜਨਮਾਂ ਦਾ ਹੰਕਾਰੀ ਹੋਇਆ ਫਿਰਦਾ, ਮੈਂ ਕਰਨ ਨੂੰ ਹਟਦਾ ਨਹੀਂ ਹੈ। ਧਿਆਨ ਰੱਖਿਓ, ਇਸ ਹੀ ਮਨ ਦੇ ਅੰਦਰ ਇਹ ਰੱਬ ਵਸਦੇ ਨੇ। ਇਹਨੂੰ ਆਤਮਾ ਕਹਿੰਦੇ ਨੇ ਭਾਈ। ਆਤਮ ਦਿਓ ਪੂਜੀਏ। ਆ ਜਿਹੜਾ ਰੱਬ ਹੈ ਨਾ ਆਪਣਾ, ਸਾਡਾ ਰੱਬ ਕੋਈ ਮੂਰਤੀ ਨਹੀਂ ਹੈ। ਆ ਜਿੰਨਾ ਸਾਡੇ ਜਿੰਨੇ ਅਵਤਾਰ ਹੋਏ ਸਭ ਨੇ ਆਤਮਿਕ ਗਿਆਨ ਲਿਆ ਭਾਈ। ਆਖੋ ਸਤਨਾਮ। ਜਿਤਨੇ ਦੇਵੀ ਦੇਵਤਾ ਹੋਏ ਸਭ ਨੇ ਆਤਮਿਕ ਬੋਧ ਪ੍ਰਾਪਤ ਕੀਤਾ, ਉਹਨਾਂ ਨੇ ਆਤਮਿਕ ਗਿਆਨ ਲਿੱਤਾ। ਆ ਜਿਹੜੀ ਬਾਣੀ ਹੈ ਇਹ ਆਤਮਾ ਦਾ ਸਰੂਪ ਹੈ ਭਾਈ। ਆਖੋ ਸਤਨਾਮ। ਆਤਮ ਦਿਓ ਪੂਜੀਏ। ਕਹਿੰਦੇ ਆਤਮ ਮਹਿ ਰਾਮ, ਰਾਮ ਮਹਿ ਆਤਮ, ਚੀਨਸ ਗੁਰ ਵਿਚਾਰਾ। ਕਹਿੰਦੇ ਬਾਣੀ ਦੀ ਵਿਚਾਰ ਰਾਹੀਂ ਇਹ ਸਮਝ ਆਉਂਦੀ ਹੈ ਕਿ ਜਿੰਨਾ ਭਗਤ ਨੇ 36 ਮਹਾਂਪੁਰਸ਼ ਨੇ, ਇਹਨਾਂ ਵਿੱਚੋਂ ਇੱਕ ਰੱਬ ਬੋਲੇ ਨੇ ਭਾਈ। ਆਖੋ ਸਤਨਾਮ। ਇੱਕ ਰੱਬ ਬੋਲੇ ਨੇ। ਆ ਜਿਹੜਾ ਸਾਡੇ ਮਨ ਦੇ ਅੰਦਰ ਇਹ ਰੱਬ ਵਸਦਾ ਹੈ, ਇਸ ਮਨ ਨੂੰ ਮੰਦਰ ਕਹਿੰਦੇ ਨੇ। ਆ ਮਨ ਜਿਹੜਾ ਹੈ ਇਹ ਮੰਦਰ ਹੈ। ਤੁਸੀਂ ਦੇਖੋ ਰੱਬ ਨਹੀਂ ਦੀਂਦਾ, ਇਹ ਮਨ ਵੀ ਨਹੀਂ ਦੀਂਦਾ। ਆਖੋ ਸਤਨਾਮ। ਮਨ ਦੀਂਦਾ ਨਹੀਂ ਦੀਂਦਾ। ਆ ਭਾਈ ਆ ਤਨ ਦੀਂਦਾ। ਆ ਜਿਹੜਾ ਸਰੀਰ ਹੈ ਨਾ, ਸਰੀਰ ਜਿਹਦੇ ਵਿੱਚ ਆ ਮਨ ਵਸਦਾ, ਇਹ ਸਰੀਰ ਇੱਕ ਦਿਨ ਆਪਣੇ ਮਨ ਨੇ ਛੱਡ ਕੇ ਚਲੇ ਜਾਣਾ। ਜਿਸ ਦਿਨ ਸਾਡਾ ਸਰੀਰ ਤੋਂ ਮਨ ਬਾਹਰ ਚਲਾ ਜਾਏਗਾ ਨਾ, ਮਨ ਇਹ ਸਰੀਰ ਦਾ ਟੱਕਰ ਹੋ ਜਾਏਗੀ। ਕਦੇ ਖਿਆਲ ਕੀਤਾ ਜਦੋਂ ਗੱਡੀ ਚਲਾਉਂਦੇ ਹੋਏ ਮਨ ਕਿਤੇ ਇੱਧਰ ਚਲਾ ਜਾਏ ਕੀ ਹੁੰਦਾ? ਸਰੀਰ ਦਾ ਟੱਕਰ ਹੋ ਜਾਂਦੀ ਹੈ। ਧਿਆਨ ਰੱਖਣਾ। ਕਹਿੰਦੇ ਇਹ ਸਰੀਰ ਕਿਸੇ ਵਿੱਚ ਵੱਜਦਾ। ਧਿਆਨ ਰੱਖਣਾ, ਇਹ ਸਰੀਰ ਰੋਗੀ ਹੋ ਜਾਂਦਾ ਹੈ। ਇਹ ਮਨ ਜਿਉਂ ਹੀ ਸਰੀਰ ਨੂੰ ਛੱਡ ਜਾਂਦਾ, ਲੋਕ ਕਹਿੰਦੇ ਨੇ ਭਾਈ ਜਿਵੇਂ ਹੁਣ ਦਾਸ ਦਾ ਨਾਮ ਈਸ਼ਰ ਸਿੰਘ ਹੈ, ਜਿਸ ਦਿਨ ਈਸ਼ਰ ਸਿੰਘ ਇਹ ਸਰੀਰ ਨੂੰ ਛੱਡ ਜਾਏਗਾ, ਇਹ ਮਨ ਛੱਡ ਜਾਏਗਾ ਸਰੀਰ, ਕਹਿੰਦੇ ਲੋਕ ਕਹਿਣਗੇ ਭਾਈ ਹੁਣ ਇਹ ਸਰੀਰ ਮੁਰਦਾ ਹੋ ਗਿਆ ਹੈ ਨਾ, ਇਹਨੂੰ ਸਰੀਰ ਨੂੰ ਹੁਣ ਫੂਕ ਦਿਓ, ਅੱਗ ਲਾ ਦਿਓ, ਈਸ਼ਰ ਸਿੰਘ ਨੂੰ ਅੱਗ ਲਾ ਦਿਓ। ਕਹਿੰਦੇ ਈਸ਼ਰ ਸਿੰਘ ਨਹੀਂ, ਈਸ਼ਰ ਸਿੰਘ ਤਾਂ ਚਲਾ ਗਿਆ। ਆਖੋ ਸਤਨਾਮ। ਮਹਾਰਾਜ ਕਹਿੰਦੇ ਨੇ ਬਾਣੀ ਵਿੱਚ, ਕਹਿੰਦੇ ਕੌਣ ਮੁਆ ਰੇ ਕੌਣ ਮੁਆ। ਕਹਿੰਦੇ ਭਾਈ ਕੌਣ ਮਰਿਆ ਦੱਸੋ ਤਾਂ ਸਹੀ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਭਿਆ। ਕਹਿੰਦੇ ਭਾਈ ਵਿਚਾਰ ਕਰਕੇ ਦੇਖੋ, ਇਹ ਮਰਿਆ ਨਹੀਂ ਹੈ, ਇਹ ਚੱਲ ਗਿਆ, ਚਲਾ ਗਿਆ, ਇਹਨੂੰ ਮਰਨਾ ਨਹੀਂ ਆਇਆ। ਮਹਾਰਾਜ ਤਾਈਓ ਕਹਿੰਦੇ ਕਬੀਰ ਮਰਤਾ ਮਰਤਾ ਜਗ ਮੁਆ, ਮਰ ਭੀ ਨਾ ਜਾਣਿਆ ਕੋਏ। ਕਹਿੰਦੇ ਸਾਨੂੰ ਲੱਗਦਾ ਕਿ ਸਰੀਰ ਛੱਡ ਗਿਆ ਅਤੇ ਅਸੀਂ ਕਹਿੰਦੇ ਮਰ ਗਿਆ ਜੀ। ਇਹ ਮਰਿਆ ਨਹੀਂ ਹੈ, ਇਹ ਤਾਂ ਚਲਾ ਗਿਆ। ਇਹ ਕਿਤੇ ਜਿਉਂਦਾ ਮਰ ਜਾਂਦਾ ਨਾ, ਮਨ ਆਪਣਾ ਜਿਉਂਦਾ ਜੀਵਨ 'ਚ ਮਰਨਾ ਸਿੱਖ ਲੈਂਦਾ ਨਾ ਸਾਡਾ ਮਨ ਸਰੀਰ ਵਿੱਚ ਰਹਿੰਦਿਆਂ ਹੋਇਆਂ, ਅਤੇ ਕਹਿੰਦੇ ਭਾਈ ਇਹ ਜੀਵਨ ਮੁਕਤੀ ਮਿਲ ਜਾਂਦੀ ਇਹਨੂੰ। ਧਿਆਨ ਰੱਖਣਾ, ਇਹ ਜਿਹੜਾ ਮਨ ਹੈ ਇਹ ਜਿਸ ਵੇਲੇ ਜਿਉਂਦਿਆਂ ਜੀ ਆਪਣੇ ਰੱਬ ਦੀ ਬੰਦਗੀ ਕਰਦਾ ਤਾਂ ਰੱਬ ਵਿੱਚ ਸਮਾਉਂਦਾ, ਤਾਂ ਮਿਟਦਾ। ਆਪ ਗਵਾਈਏ ਤਾਂ ਸਹੁ ਪਾਈਏ। ਧਿਆਨ ਰੱਖਣਾ, ਆ ਜਿਹੜਾ ਬੰਦਾ ਆਪਣੇ ਆਪ ਨੂੰ ਗਵਾਉਂਦਾ ਨਹੀਂ ਹੈ ਉਹ ਰੱਬ ਨੂੰ ਨਹੀਂ ਪਾਉਂਦਾ। ਧਿਆਨ ਰੱਖਣਾ, ਜਿਹੜਾ ਬੰਦਾ ਆਪਣੇ ਆਪ ਨੂੰ ਗਵਾਉਂਦਾ ਉਹ ਰੱਬ ਨੂੰ ਪਾ ਲੈਂਦਾ। ਆਖੋ ਸਤਨਾਮ। ਉਹ ਰੱਬ ਵਿੱਚ ਸਮਾ ਜਾਂਦਾ, ਉਹ ਜਿਉਂਦਿਆਂ ਜੀ ਰੱਬ ਵਰਗਾ ਹੋ ਜਾਂਦਾ। ਉਹ ਸਰੀਰ ਛੱਡਣ ਤੋਂ ਪਹਿਲਾਂ ਕਹਿੰਦੇ ਜਿਹਦਾ ਮਨ ਮਰ ਜਾਏ, ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਕਹਿਣ ਲੱਗ ਜਾਏ ਤੇ ਮਨ ਮਰਨ ਲੱਗ ਜਾਂਦਾ ਹੈ। ਧਿਆਨ ਰੱਖਣਾ, ਜਦੋਂ ਰੱਬ ਦੇ ਕੀਤੇ ਨੂੰ ਬੰਦਾ ਆਪਣਾ ਕੀਤਾ ਕਹੀ ਜਾਵੇ, ਉਹ ਰੱਬ ਦੇ ਭਾਵ ਤੋਂ ਬੰਦਾ ਯਾਨੀ ਸਾਡਾ ਮਨ ਸਰੀਰ ਵਿੱਚ ਰਹਿੰਦਿਆਂ ਹੋਇਆਂ ਹੰਕਾਰੀ ਹੋ ਜਾਂਦਾ ਹੈ। ਆਖੋ ਸਤਨਾਮ। ਕਹਿੰਦੇ ਜਨਮ ਜਨਮ ਕੀ ਮਲ ਲਾਗੀ ਇਸ ਮਨ ਕੋ, ਕਾਲਾ ਹੋਆ ਸ਼ਾਹ ਖਲਨੀ ਧੋਤੀ ਉਜੜੀ ਨਾ ਹੋਵਈ, ਜੇ ਸੌ ਧੋਵਨ ਪਾ। ਧਿਆਨ। ਸੋ ਸੱਚੇ ਪਾਤਸ਼ਾਹ ਦਾ ਇਹ ਗਿਆਨ ਹੈ। ਕਹਿੰਦੇ ਭਾਈ ਰੱਬ ਦੀਂਦਾ ਨਹੀਂ ਹੈ, ਸਾਡਾ ਮਨ ਵੀ ਨਹੀਂ ਦੀਂਦਾ। ਕਹਿੰਦੇ ਭਾਈ ਮਨ ਦੀ ਮੂਰਤੀ ਨਹੀਂ ਬਣਾ ਸਕਦੇ ਆਪਾਂ। ਬਣਾ ਸਕਦੇ ਹੋ? ਨਹੀਂ ਫੋਟੋ ਖਿੱਚ ਸਕਦਾ ਕੋਈ ਮਨ ਦੀ, ਤਨ ਦੀ ਖਿੱਚ ਸਕਦੇ ਹੋ। ਧਿਆਨ ਰੱਖਣਾ, ਜਿਹੜੇ ਤਨ ਨੂੰ ਅਸੀਂ ਛੱਡ ਕੇ ਚਲੇ ਜਾਣਾ, ਜਿਸ ਤਨ ਨੂੰ ਲੋਕਾਂ ਨੇ ਫੂਕ ਦੇਣਾ, ਧਿਆਨ ਰੱਖਣਾ ਆਪਾਂ ਨੇ ਚਲਿਆ ਜਾਣਾ, ਇਹਦੀ ਨਹੀਂ ਕੋਈ ਫੋਟੋ ਖਿੱਚ ਸਕਦਾ, ਮਨ ਦੀ ਨਹੀਂ ਫੋਟੋ ਖਿੱਚ ਸਕਦਾ ਹੈ। ਕਹਿੰਦੇ ਭਾਈ ਇਸ ਮਨ ਨੂੰ ਪੁੱਛੋ, ਕਹਿੰਦੇ ਜੇ ਤੇਰੀ ਫੋਟੋ ਨਹੀਂ ਕੋਈ ਖਿੱਚ ਸਕਦਾ
ਤੇ ਤੂੰ ਰੱਬ ਦੀ ਫੋਟੋ ਕਿਉਂ ਬਣਾਈ ਫਿਰਦਾ? ਆਖੋ ਸਤਨਾਮ। ਤੂੰ ਰੱਬ ਦਾ ਬੁੱਤ ਕਿਉਂ ਬਣਾਈ ਫਿਰਦਾ? ਮਹਾਰਾਜ ਕਹਿੰਦੇ ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਿਆਈ, ਓਲੇ ਜਾਰੇ ਓਲੇ ਗਾੜੇ ਤੇਰੀ ਗਤ ਦੋਹੂ ਨਾ ਪਾਈ। ਸੋ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਜਿਹੜਾ ਰੱਬ ਦੀਨਾ ਨਹੀਂ ਹੈ ਇਸ ਮਨ ਨੂੰ ਸਮਝਾਓ। ਉਹ ਅਦ੍ਰਿਸ਼ਟ ਹੈ, ਉਹ ਦਿਖ ਨਹੀਂ ਸਕਦਾ ਜਦੋਂ ਤੱਕ ਮਨ ਨੂੰ ਗਿਆਨ ਨਾ ਹੋਵੇ। ਆਖੋ ਸਤਨਾਮ। ਕਹਿੰਦੇ ਇਹ ਸਰੀਰ ਦੀਆਂ ਅੱਖਾਂ ਰਾਹੀਂ ਰੱਬ ਨਹੀਂ ਦਿੰਦਾ, ਇਹ ਸਰੀਰ ਦੇ ਅੱਖਾਂ ਰਾਹੀਂ ਕਹਿੰਦੇ ਇੰਨੀ ਅੱਖੀ ਨਜ਼ਰ ਨਾ ਆਵਈ, ਇੰਨੀ ਅੱਖੀ ਨਜ਼ਰ ਨਾ ਆਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਜਦੋਂ ਤੱਕ ਸ਼ਬਦ ਦੀ ਵਿਚਾਰ ਇਹ ਮਨ ਨੂੰ ਨਾ ਸਮਝ ਆਵੇ, ਇਸ ਰੱਬ ਦੇ ਸ਼ਬਦ ਦੀ ਗੱਲ ਨਾ ਮਨ ਨੂੰ ਸਮਝ ਆਵੇ, ਉਦੋਂ ਤੱਕ ਮਨ ਦਾ ਸ਼ਬਦ ਮਰਦਾ ਨਹੀਂ ਹੈ ਭਾਈ। ਆਖੋ ਸਤਨਾਮ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਸੋ ਅੱਜ ਇੰਨੀ ਗੱਲ ਹਿਰਦੇ 'ਚ ਵਸਾਇਓ। ਹੁਣੇ ਆਨੰਦ ਸਾਹਿਬ ਪੜ੍ਹਾਂਗੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹੈ ਨਾ। ਬਾਰ ਬਾਰ ਪੜ੍ਹਾਂਗੇ, ਮਨ ਨੂੰ ਸਮਝਾਵਾਂਗੇ, ਐ ਮੇਰੇ ਮਨਾ ਉਸ ਰੱਬ ਦੇ ਨਾਲ ਰਹਿ ਜਿਹੜਾ ਰੱਬ ਹਰੇਕ ਵਿੱਚ ਵਸਦਾ ਹੈ। ਉਹ ਤੇਰਾ ਹੀ ਰੱਬ ਨਹੀਂ ਹੈ, ਉਹ ਸਭ ਦਾ ਰੱਬ ਹੈ। ਧਿਆਨ ਰੱਖਣਾ। ਐਸਾ ਨਾ ਜਾਣੀ ਕਿ ਰੱਬ ਤੇਰੇ ਵਿੱਚ ਹੀ ਵਸਦਾ ਹੈ, ਉਹ ਤੇਰਾ ਹੀ ਰੱਬ ਹੈ। ਐਸਾ ਜਾਣੋ ਮੇਰਾ ਰੱਬ ਸਭ ਦਾ ਰੱਬ ਹੈ। ਆਖੋ ਸਤਨਾਮ। ਮੇਰਾ ਰੱਬ ਸਭ ਦੇ ਵਿੱਚੋਂ ਬੋਲਦਾ ਹੈ। ਜਿਨ੍ਹਾਂ ਵਿੱਚੋਂ ਰੱਬ ਬੋਲੇ ਉਹਨਾਂ ਦੀ ਬਾਣੀ ਪ੍ਰਕਾਸ਼ ਕੀਤੀ ਹੈ ਇਸ ਘਰ ਨੇ। ਆਖੋ ਸਤਨਾਮ। ਕਹਿੰਦੇ ਭਾਈ ਸਭ ਹੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਐਸੀ ਬਾਣੀ ਨੂੰ ਅਸੀਂ ਨਿਰੰਕਾਰ ਕਹਿੰਦੇ ਹਾਂ, ਐਸੀ ਬਾਣੀ ਨੂੰ ਅਸੀਂ ਮੱਥਾ ਟੇਕਦੇ ਹਾਂ, ਐਸੀ ਬਾਣੀ ਨੂੰ ਅਸੀਂ ਗੁਰੂ ਕਹਿੰਦੇ ਹਾਂ, ਐਸੀ ਬਾਣੀ ਨੂੰ ਸਿੱਖਣ ਵਾਸਤੇ ਅਸੀਂ ਸਿੱਖ ਬਣੇ ਹਾਂ ਭਾਈ। ਆਖੋ ਸਤਨਾਮ। ਸੋ ਬਾਣੀ ਜੀ ਦੀ ਵਿਚਾਰ ਕਰਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਬੇਅਦਬੀਆਂ ਤਰੁੱਟੀਆਂ ਰਹਿ ਗਈਆਂ ਹਨ, ਜਾਨ ਬੱਚਾ ਸਮਝ ਕੇ ਮਾਫ਼ ਕਰਨਾ। ਸੰਗਤ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਣ ਯੋਗ ਹਨ। ਸੋ ਆਓ ਸੰਤ ਮਹਾਰਾਜ ਸੰਤ ਅਤਰ ਸਿੰਘ ਜੀ ਮਹਾਰਾਜ ਜੀ ਦੇ ਅਸਥਾਨ ਤੋਂ, ਉਸ ਮਹਾਵਿਦਿਆਲੇ ਦੇ ਘਰਾਂ ਦੇ ਵਿੱਚੋਂ ਇਹ ਰਾਗੀ ਸਿੰਘ ਦਾਸ ਇੱਥੇ ਪਹੁੰਚਿਆ ਇੱਕ ਸੁਨੇਹਾ ਸੱਦਾ ਪੱਤਰ ਦੇਣ ਵਾਸਤੇ ਕਿ ਜਿੰਨੀ ਇੱਥੋਂ ਦੀ ਨਗਰ ਨਿਵਾਸੀ ਸੰਗਤ ਹੈ 30 ਤੇ 1 ਤੇ 2 3 ਦਿਨ, ਇੱਕ ਦਿਨ ਤਾਂ ਇੱਥੋਂ ਹੀ ਨਗਰ ਕੀਰਤਨ ਜਾਣਾ ਹੈ। ਧਿਆਨ ਰੱਖਣਾ, ਸਾਰੇ ਹੀ ਨਗਰ ਕੀਰਤਨ ਵਿੱਚ ਮਸਤਵਾਨੇ ਸਾਹਿਬ ਪਹੁੰਚਿਓ, ਦਮਦਮਾ ਸਾਹਿਬ ਪਹੁੰਚਿਓ, ਸੇਵਾ ਕਰਿਓ, ਗੁਰਬਾਣੀ ਸੁਣਿਓ, ਗੁਰਬਾਣੀ ਦੀ ਇਹ ਵਿਚਾਰਧਾਰਾ ਹਿਰਦੇ 'ਚ ਵਸਾਓ। ਜਿਹੜਾ ਬੰਦਾ ਬੋਲਣਾ ਲੱਗ ਜਾਏ ਨਾ ਚੰਗੀ ਤਰ੍ਹਾਂ ਰੱਬ ਵਾਂਗੂ, ਉਹ ਰੱਬ ਵਰਗਾ ਹੋ ਜਾਂਦਾ ਹੈ। ਜਿਹੜਾ ਬੰਦਾ ਸ਼ਬਦ ਨੂੰ ਗੁਰੂ ਮੰਨਦਾ ਹੈ, ਬਾਣੀ ਨੂੰ ਗੁਰੂ ਮੰਨਦਾ ਹੈ, ਉਹਦੀ ਬਾਣੀ ਘੜੀ ਜਾਂਦੀ ਹੈ। ਧਿਆਨ ਰੱਖਣਾ। ਸੋ ਗੁਰਸਿੱਖ ਇਹੀ ਲੋਚਦਾ ਹੈ ਕਿ ਮੈਂ ਜਿਉਂਦਿਆਂ ਜੀ ਸਰੀਰ ਵਿੱਚ ਰਹਿੰਦਿਆਂ ਹੋਇਆਂ ਜਿਉਂਦਿਆਂ ਮੁਕਤ ਹੋਵਾਂ। ਯਾਦ ਰੱਖਣਾ, ਮਰਨ ਤੋਂ ਬਾਅਦ ਮੁਕਤੀ ਨਹੀਂ ਮਿਲਦੀ, ਮਰਨ ਤੋਂ ਬਾਅਦ ਤਾਂ ਬੰਦਾ ਭਟਕਦਾ ਹੈ। ਧਿਆਨ ਰੱਖਣਾ। ਇਹ ਮਨ ਕੇਤੜਿਆਂ ਯੁੱਗ ਭਰਮਿਆ, ਆਏ ਸਾਡਾ ਮਨ ਕਈ ਯੁਗਾਂ ਦਾ ਭਟਕ ਰਿਹਾ ਹੈ, ਹਾਲੇ ਵੀ ਭਟਕ ਰਿਹਾ ਹੈ। ਹੁਣ ਵੀ ਸਾਡਾ ਮਨ ਬਾਣੀ ਪੜ੍ਹਨ ਨੂੰ ਚਿੱਤ ਨਹੀਂ ਕਰਦਾ, ਹਾਲੇ ਵੀ ਸਾਡਾ ਮਨ, ਜੇ ਮਨ ਨੂੰ ਦੇਖਣਾ ਹੋਏ ਨਾ, ਮਨ ਨੂੰ ਇਹਨੂੰ ਬੈਠਾ ਕੇ ਬਾਣੀ ਪੜ੍ਹਾਓ, ਮੂਲ ਮੰਤਰ ਸਾਹਿਬ ਪੜ੍ਹਾਓ। ਧਿਆਨ ਰੱਖਣਾ, ਜੇ ਮਨ ਮੂਲ ਮੰਤਰ ਸਾਹਿਬ ਵਿੱਚ ਟਿਕ ਜੇ ਤੇ ਸਮਝਣਾ ਰੱਬ ਵਿੱਚ ਟਿਕਣ ਲੱਗ ਗਿਆ। ਜੇ ਮਨ ਹਾਲੇ ਬਾਹਰ ਭਟਕੇ ਤੇ ਮਨ ਨੂੰ ਕਹਿਣਾ ਕਿ ਮੇਰੇ ਮਨਾ ਤੂੰ ਹਾਲੇ ਵੀ ਬਾਜ ਨਹੀਂ ਆ ਰਿਹਾ, ਹਾਲੇ ਵੀ ਤੂੰ ਭਟਕ ਰਿਹਾ, ਤੇ ਫਿਰ ਬਾਅਦ ਸਰੀਰ ਛੱਡਣ ਤੋਂ ਬਾਅਦ ਵੀ ਭਟਕੇਗਾ। ਧਿਆਨ ਰੱਖਣਾ, ਸਰੀਰ ਵਿੱਚ ਰਹਿੰਦਿਆਂ ਹੋਇਆਂ ਰੱਬ ਦੇ ਸ਼ਬਦ ਵਿੱਚ ਮਿਟਣਾ ਸਿੱਖੋ, ਆਪਣੇ ਸ਼ਬਦ ਨੂੰ ਮਾਰੋ। ਰੱਬ ਦਾ ਸ਼ਬਦ ਤੁਹਾਡੇ ਸਾਡੇ ਵਿੱਚੋਂ ਫਿਰ ਆਏਗਾ ਭਾਈ। ਤਾਂ ਹੀ ਉਹ ਸਿੱਖ ਕਹਿੰਦਾ ਵਾਹਿਗੁਰੂ। ਕੀ ਕਹਿੰਦਾ? ਵਾਹਿਗੁਰੂ। ਗੁਰੂ ਦੀ ਉਸਤਤ ਕਰਦਾ ਹੈ ਨਾ। ਸੋ ਗੁਰੂ ਦੀ ਉਸਤਤ ਕਰਿਆ ਕਰੋ, ਹੋਰ ਕਿਸੇ ਬੰਦੇ ਦੀ ਉਸਤਤ ਨਾ ਕਰੋ। ਕਹਿੰਦੇ ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਦ ਵਿਵਹਾਰ। ਜਦੋਂ ਅੱਛਾ ਕੰਮ ਕਰੋ, ਕੰਮ ਕਰਕੇ ਭੁੱਲ ਕੇ ਹੰਕਾਰ ਵਿੱਚ ਸ਼ਬਦਾਂ ਰਾਹੀਂ ਨਹੀਂ ਬੋਲਣਾ ਕਿ ਮੈਂ ਕੀਤਾ। ਕਹਿਣਾ ਸਿੱਖੋ ਕਿ ਮਾਲਕ ਇਹ ਤੇਰਾ ਕੀਤਾ ਹੋਇਆ ਹੈ। ਆਖੋ ਸਤਨਾਮ। ਸੋ ਬਾਣੀ ਹਿਰਦੇ 'ਚ ਵਸਾਇਓ। ਆਓ ਸਾਰੇ ਰਲ ਮਿਲ ਕੇ ਆਪਣਾ ਆਨੰਦ ਸਾਹਿਬ ਦਾ ਪਾਠ ਕਰਾਂਗੇ, ਅਰਦਾਸਾ ਹੋਏਗਾ ਅਤੇ ਫਿਰ ਖੁੱਲ੍ਹੀਆਂ ਛੁੱਟੀਆਂ ਹਨ। ਆਓ ਪਿਆਰ ਨਾਲ ਆਨੰਦ ਸਾਹਿਬ ਦਾ ਪਾਠ ਕਰਿਓ ਜੀ। ਵਾਹਿਗੁਰੂ। ਸਿੱਖੋ
ਸ਼ਬਦ ਪਿਆਰਿਓ